ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਹੋ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ ਸੀ ਟੈਟ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ, ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ। ਠੀਕ ਹੈ ਜੀ। ਤਾਂ ਬਿਲਕੁਲ ਅੱਜ ਆਪਾਂ ਸਟਾਰਟ ਕਰਦੇ ਹਾਂ। ਥੰਬਨੇਲ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅੱਜ ਆਪਣਾ ਸਾਈਕੋਲੋਜੀ ਦਾ ਨੈਕਸਟ ਲੈਕਚਰ ਹੈ, ਜਿਹਦੇ ਵਿੱਚ ਆਪਾਂ ਸਟਾਰਟ ਕਰਾਂਗੇ ਅੱਜ ਥਿਊਰੀਜ਼ ਨੂੰ। ਅਤੇ ਸਭ ਤੋਂ ਪਹਿਲੀ ਥਿਊਰੀ ਆਪਣੀ ਰਹਿਣ ਵਾਲੀ ਹੈ ਵਾਈਗੋਸਕੀ ਦੀ, ਠੀਕ ਹੈ, ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਇੰਪੋਰਟੈਂਟ ਇੱਕ ਥਿਊਰੀ ਹੈ, ਜਿਹਦੇ ਵਿੱਚ ਕੁਐਸਚਨ ਬਹੁਤ ਵਾਰ ਬਣ ਵੀ ਜਾਂਦਾ ਹੈ। ਅਤੇ ਇੱਕ ਇੰਪੋਰਟੈਂਟ ਜੀ ਆਪਾਂ ਫੁੱਲ ਡਿਸਕਸ਼ਨ ਅੱਜ ਇਹਦੇ ਉੱਪਰ ਹੋਣ ਵਾਲਾ ਹੈ। ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ 'ਚ ਕੰਪਲੀਟ ਕਰਨ ਲਈ, ਨਹੀਂ ਫਿਰ ਨੈਕਸਟ ਵੀਡੀਓ ਤਾਂ ਹੈ ਹੀ ਜਲਦੀ ਵੀ ਆਪਾਂ ਇੰਨੀ ਕਾਹਲੀ ਵੀ ਨਹੀਂ ਕਰਾਂਗੇ ਕਿ ਤੁਹਾਨੂੰ ਸਮਝ ਨਾ ਲੱਗ ਸਕੇ। ਠੀਕ ਹੈ, ਤਾਂ ਉਸ ਅਕੋਰਡਿੰਗ ਪੂਰਾ ਡਿਟੇਲ ਦੇ ਵਿੱਚ ਇਸਨੂੰ ਕਵਰ ਕਰਦੇ ਹਾਂ ਅੱਜ ਆਪਾਂ। ਇਸ ਤੋਂ ਇਲਾਵਾ ਜੇਕਰ ਤੁਸੀਂ ਹਾਲੇ ਤੱਕ ਤਿਆਰੀ ਨਹੀਂ ਸ਼ੁਰੂ ਕੀਤੀ ਤਾਂ ਕਰ ਸਕਦੇ ਹੋ। ਚੈਨਲ ਦੇ ਉੱਪਰ ਜਾ ਕੇ ਤੁਸੀਂ ਪਲੇਲਿਸਟ ਵਿਜ਼ਿਟ ਕਰੋਗੇ, ਕਾਫੀ ਕੁਝ ਤੁਹਾਨੂੰ ਉੱਥੇ ਨਜ਼ਰ ਆਏਗਾ। ਸਿਲੇਬਸ ਆਪਾਂ ਸਟਾਰਟ ਕਰ ਚੁੱਕੇ ਹਾਂ। ਟੌਪਿਕਸ ਆਪਣੇ ਪੰਜਾਬੀ ਦੇ, ਇੰਗਲਿਸ਼ ਦੇ, ਠੀਕ ਹੈ, ਕੰਟੀਨਿਊਸਲੀ ਆਪਣੇ ਚੱਲ ਰਹੇ ਨੇ। ਤੁਸੀਂ ਕੋਈ ਵੀ ਜੋ ਸਬਜੈਕਟ ਤੁਸੀਂ ਕਰਨਾ ਚਾਹੁੰਦੇ ਹੋ, ਅਗਰ ਸਾਰੇ ਕਰਨਾ ਚਾਹੁੰਦੇ ਹੋ ਤਾਂ ਸਾਰਾ ਕੁਝ ਤੁਹਾਨੂੰ ਅਵੇਲੇਬਲ ਨਜ਼ਰ ਆਏਗਾ। ਇਸ ਤੋਂ ਇਲਾਵਾ ਜੋ ਨੋਟਸ ਨੇ, ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਨੋਟਸ ਨੇ ਸੈਂਡ ਕਰ ਦਿੱਤੇ ਜਾਂਦੇ ਨੇ ਟੈਲੀਗ੍ਰਾਮ ਚੈਨਲ ਦੇ ਵਿੱਚ। ਤਾਂ ਜੇਕਰ ਤੁਸੀਂ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਤੁਹਾਨੂੰ ਨਹੀਂ ਪਤਾ, ਤਾਂ ਤੁਹਾਡੇ ਲਈ ਇਨਫੋਰਮੇਸ਼ਨ ਹੈ ਕਿ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ। ਔਰ ਅਗਰ ਤੁਹਾਡਾ ਕੋਈ ਡਾਊਟ ਹੈ, ਤੁਸੀਂ ਉਸ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ, ਜਾਂ ਕੋਈ ਵੀ ਡਾਊਟ ਹੈ, ਤੁਸੀਂ ਕਿਸੇ ਟੌਪਿਕ ਦੇ ਨਾਲ ਰਿਲੇਟਡ ਕੋਈ ਡਾਊਟ ਹੈ, ਤਾਂ ਉਹਦੇ ਲਈ ਇੱਕ ਗਰੁੱਪ ਵੀ ਬਣਿਆ ਹੋਇਆ ਟੈਲੀਗ੍ਰਾਮ ਗਰੁੱਪ, ਤੁਸੀਂ ਉਹਨੂੰ ਵੀ ਜੁਆਇਨ ਕਰਕੇ ਆਪਣੇ ਡਾਊਟਸ ਨੂੰ ਜੋ ਉਹ ਕਲੀਅਰ ਕਰ ਸਕਦੇ ਹੋ। ਤਾਂ ਦੋਨਾਂ ਦਾ ਜੋ ਲਿੰਕ ਉਹ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਾ ਤੁਹਾਨੂੰ, ਠੀਕ ਹੈ ਜੀ। ਤਾਂ ਬਿਲਕੁਲ ਨੈਕਸਟ ਆਪਾਂ ਸਟਾਰਟ ਕਰਦੇ ਹਾਂ। ਅੱਜ ਦਾ ਜੋ ਟੌਪਿਕ ਹੈ ਉਸਦਾ ਨਾਮ ਤੁਹਾਡੇ ਸਾਹਮਣੇ ਹੈ, ਵਾਈਗੋਸਕੀ ਦੀ ਸੋਸ਼ੀਓ ਕਲਚਰਲ ਥਿਊਰੀ। ਠੀਕ ਹੈ, ਤਾਂ ਇੱਥੇ ਸੋਸ਼ੀਓ ਤੁਸੀਂ ਸੈੱਟ ਕਰ ਸਕਦੇ ਹੋ, ਸੋਸ਼ੀਓ ਕਲਚਰਲ ਥਿਊਰੀ, ਜੋ ਕਿ ਬਹੁਤ ਇੱਕ ਇੰਪੋਰਟੈਂਟ ਜਿਹੀ ਥਿਊਰੀ ਹੈ। ਠੀਕ ਹੈ, ਤਾਂ ਇਹਦੇ ਵਿੱਚ ਆਪਾਂ ਦੇਖੋ ਵਾਈਗੋਸਕੀ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਾਂਗੇ ਕਿ ਵਾਈਗੋਸਕੀ ਕੌਣ ਸੀ। ਠੀਕ ਹੈ, ਅਤੇ ਉਸ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਉਹਨਾਂ ਦੇ ਇੰਪੋਰਟੈਂਟ ਜੋ ਬੁੱਕਸ ਸੀਗੀਆਂ, ਕੀ ਇਸ ਕਲਚਰਲ ਥਿਊਰੀ ਦੇ ਵਿੱਚ ਉਹਨਾਂ ਦਾ ਕਹਿਣ ਦਾ ਕੀ ਮਤਲਬ ਹੈ, ਠੀਕ ਹੈ, ਕਿਸ ਚੀਜ਼ ਬਾਰੇ ਉਹਨਾਂ ਨੇ ਇਹ ਥਿਊਰੀ ਦਿੱਤੀ ਹੈ, ਸਾਰਾ ਕੁਛ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ। ਅਗਰ ਗੱਲ ਕਰੀਏ ਤਾਂ ਹੁਣ ਜੋ ਆਪਣੀਆਂ ਥਿਊਰੀਜ਼ ਨੇ ਉਹ ਸਟਾਰਟ ਹੋ ਚੁੱਕੀਆਂ ਨੇ। ਥੋੜ੍ਹਾ ਜਿਹਾ ਮੈਂ ਤੁਹਾਨੂੰ ਇੱਕ ਓਵਰਵਿਊ ਇੱਥੇ ਦੇ ਦੇਵਾਂ ਕਿ ਕਿਹੜੀਆਂ ਥਿਊਰੀਜ਼ ਨੇ। ਜਿਵੇਂ ਕਿ ਬੈਂਡੂਰਾ ਦੁਆਰਾ ਦਿੱਤੀਆਂ ਗਈਆਂ ਨੇ, ਉਹ ਵੀ ਸੋਸ਼ਲ ਡਿਵੈਲਪਮੈਂਟ ਦੀ ਥਿਊਰੀ ਹੈ। ਠੀਕ ਹੈ, ਜੀਨ ਪਿਆਜ਼ੇ ਦੁਆਰਾ ਦਿੱਤੀਆਂ ਗਈਆਂ ਨੇ, ਬਰੂਨਰ ਦੁਆਰਾ ਦਿੱਤੀਆਂ ਗਈਆਂ ਨੇ ਕੋਗਨੀਟਿਵ ਦੀਆਂ ਥਿਊਰੀਜ਼। ਠੀਕ ਹੈ ਜੀ, ਪਿਆਜੇ ਕੋਲਬਰਗ ਦੁਆਰਾ ਦਿੱਤੀ ਗਈਆਂ ਨੇ ਮੋਰਲ ਡਿਵੈਲਪਮੈਂਟ ਦੀਆਂ ਥਿਊਰੀਜ਼। ਇਹ ਸਾਰੀਆਂ ਹੀ ਬਹੁਤ ਇੰਪੋਰਟੈਂਟ ਨੇ ਅਤੇ ਉਸਨੂੰ ਆਪਾਂ ਹੁਣ ਸਟਾਰਟ ਕਰਨ ਲੱਗੇ ਹਾਂ। ਕਲੀਅਰ। ਤਾਂ ਬਿਲਕੁਲ ਦੇਖਦੇ ਹਾਂ। ਹੁਣ ਦੇਖੋ ਤੁਹਾਡੇ ਸਾਹਮਣੇ ਹੈ ਕਿ ਵਾਈਗੋਸਕੀ ਦੀ ਸੋਸ਼ਲ ਕਲਚਰਲ ਥਿਊਰੀ ਜੋ ਕਿ ਅੱਜ ਆਪਾਂ ਡਿਸਕਸ ਕਰਨੀ ਹੈ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਥੋੜ੍ਹੀ ਜਿਹੀ ਨੌਲੇਜ ਹੋਣੀ ਚਾਹੀਦੀ ਹੈ ਕਿ ਵਾਈਗੋਸਕੀ ਕੌਣ ਸੀ। ਠੀਕ ਹੈ, ਆਪਾਂ ਨੂੰ ਥੋੜ੍ਹਾ ਜਿਹਾ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ। ਤਾਂ ਵਾਈਗੋਸਕੀ ਕੌਣ ਸੀਗੇ? ਵਾਈਗੋਸਕੀ ਪਹਿਲੀ ਗੱਲ ਤਾਂ ਬਿਲੋਂਗ ਕਰਦੇ ਸੀਗੇ ਰਸ਼ੀਆ ਤੋਂ। ਠੀਕ ਹੈ ਜੀ, ਅਤੇ ਰਸ਼ੀਆ ਤੋਂ ਬਿਲੋਂਗ ਕਰਦੇ ਸੀ, ਜਿਸ ਕਰਕੇ ਆਪਾਂ ਸਿੰਪਲ ਸ਼ਬਦਾਂ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਉਹ ਰਸ਼ੀਅਨ ਸਾਈਕੋਲੋਜਿਸਟ ਸੀਗੇ। ਸੋਸ਼ਲ ਸਾਈਕੋਲੋਜਿਸਟ ਸੀਗੇ ਉਹ। ਠੀਕ ਹੈ, ਉਹਨਾਂ ਨੇ ਆਪਣੀ ਥਿਊਰੀਜ਼ ਵਿੱਚ ਕੀ ਕਿਹਾ ਉਹ ਸਾਰਾ ਕੁਛ ਆਪਾਂ ਡਿਟੇਲ ਦੇ ਵਿੱਚ ਸਮਝਦੇ ਹਾਂ। ਹੁਣ ਥੋੜ੍ਹਾ ਇਹਨਾਂ ਬਾਰੇ ਜਾਣ ਲੈਂਦੇ ਹਾਂ। ਉਹ ਰਸ਼ੀਆ ਤੋਂ ਬਿਲੋਂਗ ਕਰਦੇ ਸੀ ਅਤੇ ਆਪਾਂ ਕਹਿ ਸਕਦੇ ਹਾਂ ਇਸੇ ਤਰੀਕੇ ਨਾਲ ਕਿ ਉਹ ਕੀ ਸੀਗੇ, ਰਸ਼ੀਅਨ ਸੋਸ਼ਲ ਸਾਈਕੋਲੋਜਿਸਟ ਸੀਗੇ। ਔਰ ਉਹਨਾਂ ਦਾ ਜੋ ਇੱਕ ਕਹਿ ਸਕਦੇ ਕਿ ਏਜ ਪੀਰੀਅਡ ਹੈ ਉਹ ਬਹੁਤ ਥੋੜ੍ਹਾ ਰਿਹਾ ਸੀ, 1896 ਤੋਂ 1934 ਤੱਕ ਦਾ ਰਿਹਾ ਸੀ। ਔਰ ਉਹਨਾਂ ਦੀ ਜੋ ਡੈਥ ਸੀ ਉਹ ਟੀਵੀ ਦੇ ਕਾਰਨ ਹੋਈ ਸੀ, ਜੋ ਕਿ ਇੱਕ ਬਿਮਾਰੀ ਹੈ। ਠੀਕ ਹੈ, ਔਰ ਇੱਥੇ ਤੁਸੀਂ ਇੱਕ ਵਰਡ ਦੇਖਿਆ ਹੋਇਆ ਨਜ਼ਰ ਆ ਰਿਹਾ ਹੋਏਗਾ ਤੁਹਾਨੂੰ, ਕੰਸਟਰਕਟਿਵਿਜ਼ਮ। ਹੁਣ ਇਹਦਾ ਮਤਲਬ ਕੀ ਹੁੰਦਾ? ਅਗਰ ਇਹਨੂੰ ਪੰਜਾਬੀ ਦੇ ਵਿੱਚ ਦੇਖੀਏ ਤਾਂ ਮਤਲਬ ਹੁੰਦਾ ਰਚਨਾਵਾਦੀ। ਰਚਨਾਵਾਦੀ ਦਾ ਮਤਲਬ ਕੀ ਹੋ ਗਿਆ? ਇਹਨਾਂ ਦੇ ਅਕੋਰਡਿੰਗ ਇੱਕ ਬੱਚਾ ਕੀ ਹੈ, ਆਪਣੀ ਨੌਲੇਜ ਨੂੰ ਖੁਦ ਆਪਣਾ ਸਿੰਪਲ ਸ਼ਬਦਾਂ ਵਿੱਚ ਕਹੀਏ ਤਾਂ ਵਾਈਗੋਸਕੀ ਦਾ ਕਹਿਣਾ ਸੀ ਕਿ ਬੱਚਾ ਆਪਣਾ ਗਿਆਨ ਖੁਦ ਵਧਾਉਂਦਾ ਹੈ। ਠੀਕ ਹੈ, ਪਰ ਉਹ ਕਿਹਦੇ ਵਿੱਚ ਰਹਿ ਕੇ ਵਧਾਉਂਦਾ? ਸਮਾਜ ਦੇ ਵਿੱਚ ਰਹਿ ਕੇ ਵਧਾਉਂਦਾ। ਠੀਕ ਹੈ, ਇੱਦਾਂ ਨਹੀਂ ਹੈ ਕਿ ਇੱਕ ਪਰਟੀਕੂਲਰ ਏਜ ਦੇ ਵਿੱਚ ਵਾਈਗੋਸਕੀ ਦੇ ਲਈ ਉਮਰ ਸੀ ਜੋ ਮਾਇਨੇ ਨਹੀਂ ਰੱਖਦੀ ਸੀ। ਉਹਨਾਂ ਦਾ ਇਹ ਨਹੀਂ ਸੀ ਕਹਿਣਾ ਸੀ ਕਿ ਇੱਕ ਪਰਟੀਕੂਲਰ ਏਜ ਦੇ ਵਿੱਚ ਆ ਕੇ ਹੀ ਬੱਚਾ ਕੁਝ ਸਿੱਖ ਸਕਦਾ ਹੈ, ਜਾਂ ਫਿਰ ਇੱਦਾਂ ਨਹੀਂ ਹੈ ਕਿ ਅਗਰ ਬੱਚਾ ਛੋਟਾ ਹੈ ਤਾਂ ਉਹ ਨਹੀਂ ਸਿੱਖ ਸਕਦਾ। ਤਾਂ ਇੱਦਾਂ ਉਹਨਾਂ ਦਾ ਮੰਨਣਾ ਨਹੀਂ ਸੀ। ਉਹਨਾਂ ਦਾ ਮੰਨਣਾ ਨਹੀਂ ਸੀ ਕਿ ਜੇਕਰ ਉਹ ਸਮਾਜ ਦੇ ਵਿੱਚ ਜਿਸ ਤਰੀਕੇ ਦੇ ਲੋਕਾਂ ਦੇ ਵਿੱਚ ਰਹਿ ਰਿਹਾ, ਜਿਸ ਤਰੀਕੇ ਦੇ ਲੋਕਾਂ ਦੇ ਸੰਪਰਕ ਦੇ ਵਿੱਚ ਆ ਰਿਹਾ, ਉਸ ਤਰੀਕੇ ਨਾਲ ਉਹ ਆਪਣਾ ਗਿਆਨ ਖੁਦ, ਆਪਾਂ ਕਹਿ ਸਕਦੇ ਹਾਂ ਕਿ ਆਪਣੇ ਗਿਆਨ ਦਾ ਖੁਦ ਵਿਕਾਸ ਕਰਦਾ, ਬਟ ਸਮਾਜ ਅਤੇ ਸੰਸਕ੍ਰਿਤੀ ਦੇ ਵਿੱਚ ਰਹਿ ਕੇ। ਇਸ ਲਈ ਆਪਾਂ ਜੋ ਅਗਰ ਦੇਖ ਪਾ ਰਹੇ ਹਾਂ, ਇਹਨਾਂ ਦਾ ਨਾਮ ਦੇਖ ਪਾ ਰਹੇ ਹਾਂ ਥਿਊਰੀ ਦਾ, ਸੋਸ਼ੀਓ ਕਲਚਰਲ ਥਿਊਰੀ। ਸੋਸ਼ੀਓ ਸਮਾਜ ਦੇ ਵਿੱਚ, ਕਲਚਰਲ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਬੱਚਾ ਆਪਣੇ ਗਿਆਨ ਦਾ ਵਿਕਾਸ ਖੁਦ ਕਰਦਾ ਹੈ। ਠੀਕ ਹੈ, ਤਾਂ ਮਤਲਬ ਕਿਤੇ ਨਾ ਕਿਤੇ ਇਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਬੱਚਾ ਆਪਣੇ ਮਤਲਬ ਸਮਾਜ ਦੇ ਵਿੱਚ ਰਹਿ ਕੇ ਉਸਦਾ ਜੋ ਕੀ ਹੋ ਪਾਉਂਦਾ, ਵਿਕਾਸ ਹੋ ਪਾਉਂਦਾ। ਠੀਕ ਹੈ, ਇਹਨਾਂ ਨੇ ਜੋ ਥਿਊਰੀ ਦਿੱਤੀ ਸੀ ਉਹ ਦਿੱਤੀ ਸੀ ਕੋਗਨੀਸ਼ਨ ਦੇ ਉੱਪਰ। ਹੁਣ ਇਹਦਾ ਮਤਲਬ ਕੀ ਹੋ ਗਿਆ? ਜੋ ਆਪਣਾ ਮਾਨਸਿਕ ਵਿਕਾਸ ਹੈ ਉਸ ਦੇ ਉੱਪਰ ਇਹਨਾਂ ਨੇ ਪੂਰੀ ਤਰੀਕੇ ਨਾਲ ਇਸ ਥਿਊਰੀ ਦੇ ਵਿੱਚ ਚਰਚਾ ਕੀਤੀ ਕਿ ਇੱਕ ਪਰਸਨ ਦਾ ਜੋ ਮਾਨਸਿਕ ਵਿਕਾਸ ਹੈ ਉਹ ਕਿਸ ਤਰੀਕੇ ਨਾਲ ਹੁੰਦਾ ਹੈ। ਕਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਸਿੰਪਲ ਸ਼ਬਦ ਦੇ ਵਿੱਚ ਕਹੀਏ ਕਿ ਆਪਣਾ ਸੰਗਿਆਨਾਤਮਕ ਵਿਕਾਸ ਬਾਰੇ ਦੱਸਿਆ ਇਹਨਾਂ ਨੇ, ਕਿ ਜਿਵੇਂ ਕਿ ਆਪਾਂ ਅੰਡਰਸਟੈਂਡ ਕਰ ਪਾਉਂਦੇ ਹਾਂ, ਸਮਝ ਪਾਉਂਦੇ ਹਾਂ, ਸੋਚ ਪਾਉਂਦੇ ਹਾਂ, ਲੋਜੀਕਲ ਥਿੰਕਿੰਗ ਲਗਾ ਪਾਉਂਦੇ ਹਾਂ, ਰੀਜ਼ਨਿੰਗ ਥਿੰਕਿੰਗ ਲਗਾ ਪਾਉਂਦੇ ਹਾਂ,
ਇਹ ਸਾਰਾ ਕੁਝ ਕਿਵੇਂ ਸਿੱਖ ਰਿਹਾ ਬੱਚਾ, ਕਿਵੇਂ ਉਸਦੇ ਮਾਨਸਿਕ ਵਿਕਾਸ ਹੁੰਦਾ ਹੈ, ਕਿਵੇਂ ਉਸਦੇ ਦਿਮਾਗ ਦਾ ਵਿਕਾਸ ਹੁੰਦਾ ਹੈ, ਕਿਵੇਂ ਬੱਚੇ ਆਪਣੇ ਗਿਆਨ ਨੂੰ ਵਿਕਸਿਤ ਕਰਦੇ ਨੇ, ਉਹ ਸਾਰਾ ਕੁਝ ਕਹਿੰਦੇ ਸਮਾਜ ਔਰ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਹੀ ਬੱਚਾ ਕਰ ਪਾਉਂਦਾ ਹੈ। ਠੀਕ ਹੈ ਜੀ। ਹੁਣ ਫੋਰ ਐਗਜ਼ਾਮਪਲ ਇੱਕ ਸਿੰਪਲ ਜਿਹੀ ਐਗਜ਼ਾਮਪਲ ਤੋਂ ਉਸਨੂੰ ਸ਼ੁਰੂ ਕਰਦੇ ਹਾਂ ਕਿ ਅਗਰ ਇੱਕ ਬੱਚਾ ਬਚਪਨ ਤੋਂ ਹੀ ਬਹੁਤ ਅੱਛੇ ਸਮਝਦਾਰ ਲੋਕਾਂ ਦੇ ਵਿੱਚ ਰਹਿ ਰਿਹਾ ਹੈ, ਜਿੱਥੇ ਉਹ ਬਹੁਤ ਅੱਛੀਆਂ ਸਮਝਦਾਰੀ ਵਾਲੀਆਂ ਗੱਲਾਂ ਸੁਣ ਰਿਹਾ ਹੈ, ਤਾਂ ਕਿ ਉਸਦਾ ਜੋ ਵਿਕਾਸ ਹੈ ਉਹ ਬਾਕੀ ਬੱਚੇ ਦੇ ਕੰਪੈਰੀਜ਼ਨ ਜ਼ਿਆਦਾ ਅੱਛਾ ਨਹੀਂ ਹੋਏਗਾ। ਠੀਕ ਹੈ। ਤਾਂ ਇਸੇ ਵਿੱਚ ਉਹਨਾਂ ਨੇ ਵਾਈਗੋਸਕੀ ਦਾ ਕਹਿਣਾ ਸੀ ਕਿ ਸਮਾਜ ਵਿੱਚ ਰਹਿ ਕੇ ਬੱਚਾ ਆਪਣੇ ਗਿਆਨ ਦਾ ਵਿਕਾਸ ਕਰਦਾ ਹੈ। ਕਲੀਅਰ। ਇਸ ਤੋਂ ਬਾਅਦ ਅਗਰ ਗੱਲ ਕਰੀਏ, ਇਹ ਤਾਂ ਸੀ ਵਾਈਗੋਸਕੀ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ, ਅਤੇ ਇਹ ਦੱਸਣਾ ਜ਼ਰੂਰੀ ਸੀ ਕਿ ਇਹਨਾਂ ਨੇ ਇਸ ਦੇ ਵਿੱਚ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਅੱਗੇ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਤਾਂ ਸਾਰੇ ਡਾਊਟਸ ਨੇ ਤੁਹਾਡੇ 'ਚੋਂ ਕਲੀਅਰ ਹੋ ਜਾਣੇ ਨੇ। ਇਸ ਤੋਂ ਬਾਅਦ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ ਕਿ ਕੁਛ ਬੁੱਕਸ ਨੇ ਜੋ ਉਹਨਾਂ ਦੁਆਰਾ ਲਿਖੀਆਂ ਜਾਂਦੀਆਂ ਨੇ। ਕਈ ਵਾਰੀ ਇੱਦਾਂ ਦੇ ਕੁਐਸਚਨ ਬਣ ਜਾਂਦੇ ਨੇ, ਕਿਸੇ ਬੁੱਕ ਦਾ ਨੇਮ ਦੇ ਦਿੱਤਾ ਜਾਂਦਾ ਹੈ ਅਤੇ ਪੁੱਛ ਲਿਆ ਜਾਂਦਾ ਕਿ ਕਿਹੜੇ ਰਾਈਟਰ ਦੁਆਰਾ ਲਿਖੀ ਗਈ ਹੈ ਜਾਂ ਕਿਹੜੇ ਮਨੋਵਿਗਿਆਨੀ ਦੁਆਰਾ ਲਿਖੀ ਗਈ ਹੈ, ਤਾਂ ਉੱਥੇ ਇਹ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਨੇ ਥੋੜ੍ਹੀ ਜਿਹੀਆਂ। ਅਤੇ ਬਿਲਕੁਲ 4 ਬੁੱਕਸ ਨੇ ਤੁਹਾਡੇ ਸਾਹਮਣੇ ਜੋ ਇੰਪੋਰਟੈਂਟ ਸੀ, ਮੈਂ ਤੁਹਾਡੇ ਸਾਹਮਣੇ ਲਿਖ ਦਿੱਤੀਆਂ। ਥੋਟ ਐਂਡ ਲੈਂਗੁਏਜ, ਠੀਕ ਹੈ ਜੀ, ਦਿਸ ਇਜ਼ ਅ ਬੁੱਕ ਜੋ ਕਿ ਇਹਨਾਂ ਦੁਆਰਾ ਲਿਖੀ ਗਈ ਸੀ ਵਾਈਗੋਸਕੀ ਦੁਆਰਾ। ਠੀਕ ਹੈ ਜੀ। ਦ ਸਾਈਕੋਲੋਜੀ ਆਫ ਆਰਟ, ਤੀਸਰੇ ਅਗਰ ਆਪਾਂ ਦੇਖੀਏ ਦਾ ਵਾਈਗੋਸਕੀ ਰੀਡਰ, ਐਂਡ ਫੋਰਥ ਇਜ਼ ਮਾਈਂਡ ਇਨ ਸੋਸਾਇਟੀ। ਕਲੀਅਰ। ਤੁਸੀਂ ਇਹਨਾਂ ਨੂੰ ਯਾਦ ਕਿਵੇਂ ਰੱਖ ਸਕਦੇ ਹੋ? ਦੇਖੋ, ਵਾਈਗੋਸਕੀ ਰੀਡਰ 'ਚ ਤਾਂ ਕਲੀਅਰ ਹੈ ਕਿ ਵਾਈਗੋਸਕੀ ਦੁਆਰਾ ਹੀ ਲਿਖੀ ਗਈ ਹੋਏਗੀ। ਠੀਕ ਹੈ ਜੀ। ਮਾਈਂਡ ਇਨ ਸੋਸਾਇਟੀ, ਕਿਉਂਕਿ ਉਹਨਾਂ ਨੇ ਕੀ ਕਿਹਾ ਕਿ ਸਮਾਜ ਦੇ ਵਿੱਚ ਰਹਿ ਕੇ ਬੱਚੇ ਦਾ ਗਿਆਨ ਦਾ ਵਿਕਾਸ ਹੁੰਦਾ ਹੈ। ਠੀਕ ਹੈ। ਤਾਂ ਇਸ ਤਰੀਕੇ ਨਾਲ ਤੁਸੀਂ ਕੀ ਕਹਿ ਸਕਦੇ ਹੋ? ਇੱਥੇ ਇੱਕ ਚੀਜ਼ ਆਪਣੇ ਧਿਆਨ 'ਚ ਰੱਖਿਓ, ਥੋਟ ਐਂਡ ਲੈਂਗੁਏਜ। ਠੀਕ ਹੈ। ਕਿਉਂਕਿ ਅੱਗੇ ਜਾ ਕੇ ਜਦੋਂ ਆਪਾਂ ਸਟੱਡੀ ਕਰਾਂਗੇ ਨਾ, ਤਾਂ ਇੱਕ ਚੀਜ਼ ਇੱਥੇ ਆਪਣੇ ਮਾਈਂਡ ਦੇ ਵਿੱਚ ਰੱਖਿਓ, ਜਦੋਂ ਆਪਾਂ ਅੱਗੇ ਥਿਊਰੀਜ਼ ਕਰਾਂਗੇ ਤਾਂ ਉੱਥੇ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਵਾਈਗੋਸਕੀ ਨੇ ਗੱਲ ਪਹਿਲਾਂ ਕੀਤੀ ਸੀ ਵਿਚਾਰ ਦੀ, ਫਿਰ ਗੱਲ ਕੀਤੀ ਸੀ ਭਾਸ਼ਾ ਦੀ। ਠੀਕ ਹੈ। ਥੋਟ ਤੋਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਸੀ ਭਾਸ਼ਾ ਦੀ, ਫਿਰ ਗੱਲ ਕੀਤੀ ਸੀ ਵਿਚਾਰ ਦੀ। ਬਟ ਇਹਨਾਂ ਦੀ ਜੋ ਬੁੱਕ ਦਾ ਨੇਮ ਹੈ ਉਹ ਤੁਹਾਨੂੰ ਉਲਟ ਨਜ਼ਰ ਆ ਰਿਹਾ ਹੋਏਗਾ, ਥੋਟ ਐਂਡ ਲੈਂਗੁਏਜ। ਪਹਿਲਾਂ ਉਹਨਾਂ ਦੇ ਕਿਹਾ ਕਿ ਬੱਚੇ ਦੇ ਅੰਦਰ ਪਹਿਲਾਂ ਭਾਸ਼ਾ ਦਾ ਵਿਕਾਸ ਹੁੰਦਾ, ਉਸ ਤੋਂ ਬਾਅਦ ਉਹ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ ਸ਼ੁਰੂ ਕਰਦਾ। ਤਾਂ ਇਹ ਵਾਈਗੋਸਕੀ ਦੁਆਰਾ ਕਹਿਣਾ ਸੀ, ਇਸ ਨੂੰ ਉਲਟ ਕਰ ਦੇਣਾ। ਠੀਕ ਹੈ। ਬਟ ਬੁੱਕ ਦਾ ਨੇਮ ਇਹੀ ਹੈ, ਥੋਟ ਐਂਡ ਲੈਂਗੁਏਜ। ਬਟ ਵਾਈਗੋਸਕੀ ਦਾ ਕਹਿਣਾ ਸੀ ਕਿ ਪਹਿਲਾਂ ਲੈਂਗੁਏਜ ਡਿਵੈਲਪਮੈਂਟ ਹੁੰਦੀ ਹੈ ਬੱਚਿਆਂ ਦੇ ਅੰਦਰ, ਉਸ ਤੋਂ ਬਾਅਦ ਉਹਨਾਂ ਦੇ ਜੋ ਥੋਟ ਨੇ ਉਹ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਕਲੀਅਰ। ਤਾਂ ਇਹ ਇੱਕ ਪੁਆਇੰਟ ਹੈ ਜੋ ਇਸਨੂੰ ਸਟਾਰਟ ਕਰ ਲਓ, ਇੰਪੋਰਟੈਂਟ ਜਿਹੀ ਇੱਕ ਗੱਲ ਹੈ। ਠੀਕ ਹੈ। ਇਸ ਨੂੰ ਉਲਟ ਨਾ ਕਰ ਦਿਓ। ਨੈਕਸਟ ਅਗਰ ਗੱਲ ਕਰੀਏ ਤਾਂ ਥੋੜ੍ਹਾ ਦੇਖ ਪਾ ਰਹੇ ਹਾਂ ਆਪਾਂ ਇਹਦੇ ਵਿੱਚ, ਦੇਖੋ ਵਾਈਗੋਸਕੀ ਦੀ ਥਿਊਰੀ ਬਾਰੇ ਜਿੰਨਾ ਵੀ ਮੈਂ ਹੁਣ ਤੁਹਾਨੂੰ ਦੱਸਿਆ, ਉਹਦੇ ਵਿੱਚ ਇੱਕ ਚੀਜ਼ ਤਾਂ ਤੁਹਾਨੂੰ ਕਲੀਅਰ ਹੋ ਗਈ ਹੋਣੀ ਹੈ। ਕੀ ਹੋ ਗਿਆ ਹੋਣਾ ਹੈ ਕਿ ਬੱਚੇ ਦਾ ਜੋ ਵਿਕਾਸ ਹੈ ਉਹ ਕਿਸ ਤਰੀਕੇ ਨਾਲ ਹੁੰਦਾ ਹੈ। ਉਹਨਾਂ ਨੇ ਕਿਹਾ ਸੁਸਾਇਟੀ ਦੇ ਵਿੱਚ ਰਹਿ ਕੇ, ਸੰਸਕ੍ਰਿਤੀ ਦੇ ਵਿੱਚ ਰਹਿ ਕੇ ਹੁੰਦਾ। ਮਤਲਬ ਕਿਤੇ ਨਾ ਕਿਤੇ ਵਾਈਗੋਸਕੀ ਨੇ ਪੂਰਾ ਆਪਣਾ ਫੋਕਸ ਕਿਹਦੇ ਉੱਪਰ ਦਿੱਤਾ ਹੈ? ਰੋਲ ਆਫ ਸੋਸ਼ਲ ਇੰਟਰੈਕਸ਼ਨ ਦੇ ਉੱਪਰ ਦਿੱਤਾ ਹੈ। ਸਮਾਜ ਦੇ ਵਿੱਚ ਆਪਾਂ ਕਿਸ ਤਰੀਕੇ ਦੇ ਲੋਕਾਂ ਨਾਲ ਇੰਟਰੈਕਟ ਕਰਦੇ ਹਾਂ, ਉਸ ਉੱਪਰ ਵਾਈਗੋਸਕੀ ਦਾ ਪੂਰਾ ਫੋਕਸ ਹੈ ਉਹ ਦਿੱਤਾ ਗਿਆ। ਠੀਕ ਹੈ। ਆਪਾਂ ਇਹ ਚੀਜ਼ ਦੇਖ ਵੀ ਪਾਉਂਦੇ ਹਾਂ ਈਜ਼ੀਲੀ ਕਿ ਆਪਣੇ ਜੋ ਮਾਈਂਡ ਦਾ ਵਿਕਾਸ ਹੈ ਉਹ ਕਿਸ ਦੇ ਕਾਰਨ ਹੁੰਦਾ? ਸੋਸ਼ਲ ਇੰਟਰੈਕਸ਼ਨ ਦੇ ਕਾਰਨ। ਔਰ ਇਹ ਗੱਲ ਕਿਹਨਾਂ ਦੁਆਰਾ ਕਹੀ ਗਈ ਸੀ? ਵਾਈਗੋਸਕੀ ਦੁਆਰਾ। ਅਤੇ ਬਾਈ ਚਾਂਸ ਜੇਕਰ ਕੁਐਸਚਨ ਆ ਜਾਂਦਾ ਹੈ ਕਿ ਸੋਸ਼ਲ ਇੰਟਰੈਕਸ਼ਨ ਦੇ ਉੱਪਰ ਕਿਸ ਨੇ ਜ਼ੋਰ ਦਿੱਤਾ, ਜਾਂ ਰੋਲ ਆਫ, ਹੁਣ ਸੋਸ਼ਲ ਦੀ ਜਗ੍ਹਾ ਕੋਈ ਵੀ ਹੋਰ ਚੀਜ਼ ਕਹੀ ਜਾ ਸਕਦੀ ਹੈ, ਜਿਵੇਂ ਕਿ ਹਮ ਉਮਰ ਦੇ ਜੋ ਸਾਥੀ ਹੁੰਦੇ ਨੇ, ਠੀਕ ਹੈ, ਉਹ ਵੀ ਤਾਂ ਆਪਣੇ ਸਮਾਜ ਦੇ ਵਿੱਚ ਆਉਂਦੇ ਨੇ, ਪੇਰੈਂਟਸ ਆਪਣੇ ਸਮਾਜ ਦੇ ਵਿੱਚ ਆਉਂਦੇ ਨੇ। ਮਤਲਬ ਜਿਸ ਤਰੀਕੇ ਨਾਲ ਵੀ ਆਪਾਂ ਸਮਾਜ ਦੇ ਵਿੱਚ ਲੋਕਾਂ ਨਾਲ ਇੰਟਰੈਕਟ ਕਰਦੇ ਹਾਂ, ਉਹਨਾਂ ਨਾਲ ਜੋ ਵਿਕਾਸ ਹੁੰਦਾ ਉਹਦੇ ਬਾਰੇ ਗੱਲ ਕਿਹਨਾਂ ਨੇ ਕੀਤੀ ਸੀ? ਵਾਈਗੋਸਕੀ ਨੇ ਕੀਤੀ ਸੀ। ਠੀਕ ਹੈ। ਤਾਂ ਹੋਰ ਕੁਛ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਤੁਹਾਨੂੰ ਹਾਲੇ ਬੇਸਿਕ ਦੇ ਵਿੱਚ ਇੰਨਾ ਨਾ ਕਲੀਅਰ ਹੋਇਆ ਹੋਵੇ, ਤਾਂ ਬਿਲਕੁਲ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ ਇਸ ਨੂੰ। ਠੀਕ ਹੈ। ਕਿ ਦਿਮਾਗ ਦਾ ਹਰ ਇੱਕ ਪੱਖ ਜੋ ਹੈ ਉਹ ਸਮਾਜ ਵਿੱਚ ਰਹਿ ਕੇ ਵਿਕਸਿਤ ਹੁੰਦਾ। ਇਸ ਪੁਆਇੰਟ ਦੇ ਵਿੱਚ ਜਸਟ ਇੰਨੀ ਕੁ ਗੱਲ ਕੀਤੀ ਗਈ ਹੈ, ਔਰ ਇਹ ਗੱਲ ਵਾਈਗੋਸਕੀ ਦੁਆਰਾ ਕਹੀ ਗਈ ਸੀ। ਬਾਰ-ਬਾਰ ਮੈਂ ਤੁਹਾਡੇ ਲਈ ਰਿਪੀਟ ਕਰ ਰਹੀ ਹਾਂ ਤਾਂ ਕਿ ਤੁਹਾਡੇ ਮਾਈਂਡ ਦੇ ਵਿੱਚ ਬੈਠ ਜਾਵੇ। ਨੈਕਸਟ ਅਗਰ ਗੱਲ ਕਰੀਏ, ਸੋਸ਼ਲ ਲਰਨਿੰਗ ਨਾਲ ਕੀ ਹੁੰਦਾ ਹੈ? ਵਿਕਾਸ ਹੁੰਦਾ ਹੈ। ਇਹਦੇ ਵਿੱਚ ਵੀ ਉਹੀ ਗੱਲ ਕਹੀ ਗਈ ਹੈ। ਇੱਦਾਂ ਦੇ ਜੋ ਛੋਟੀ ਗੱਲਾਂ ਜਿਵੇਂ ਮੈंने ਇੱਥੇ ਲਿਖੀਆਂ ਹੈ ਨਾ, ਇਹ ਸਾਰੇ ਕੀ ਬਣ ਜਾਂਦੇ? ਕੁਐਸਚਨ ਬਣ ਜਾਂਦੇ। ਕੁਐਸਚਨ ਕਿਵੇਂ ਬਣ ਜਾਂਦੇ ਕਿ ਸੋਸ਼ਲ ਲਰਨਿੰਗ ਦਾ ਵਿਕਾਸ ਹੁੰਦਾ ਹੈ, ਇਹ ਗੱਲ ਕਿਹਨਾਂ ਦੁਆਰਾ ਕਹੀ ਗਈ ਸੀ? ਠੀਕ ਹੈ ਜੀ। ਤਾਂ ਸੋਸ਼ਲ ਲਰਨਿੰਗ ਮਤਲਬ ਪਹਿਲਾਂ ਸਮਾਜ ਦੇ ਵਿੱਚ ਰਹਿ ਕੇ ਹੀ ਆਪਣਾ ਜੋ ਵਿਕਾਸ ਹੁੰਦਾ, ਇਹ ਗੱਲ ਵੀ ਕਿਹਨਾਂ ਦੁਆਰਾ ਕਹੀ ਗਈ ਸੀ? ਵਾਈਗੋਸਕੀ। ਕਿਉਂਕਿ ਵਾਈਗੋਸਕੀ ਨੇ ਪੂਰੇ ਤਰੀਕੇ ਨਾਲ ਇੱਕ ਆਪਾਂ ਕਹਿ ਸਕਦੇ ਹਾਂ ਕਿ ਮਨੋਵਿਗਿਆਨੀ ਰਹੇ ਨੇ, ਸਮਾਜਿਕ ਪੱਖ ਦੇ ਉੱਪਰ ਉਹਨਾਂ ਨੂੰ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ। ਠੀਕ ਹੈ। ਨੈਕਸਟ ਅਗਰ ਗੱਲ ਕਰੀਏ ਫੰਕਸ਼ਨਸ ਦੀ, ਹੁਣ ਆਪਣੀ ਮੈਂਟਲ ਫੰਕਸ਼ਨਸ ਬਾਰੇ ਵੀ ਇਸ ਥਿਊਰੀ ਦੇ ਵਿੱਚ ਕਾਫੀ ਆਪਾਂ ਡਿਟੇਲ ਦੇ ਵਿੱਚ ਦੇਖਦੇ ਹਾਂ। ਮੈਂਟਲ ਫੰਕਸ਼ਨ ਮਤਲਬ ਜੋ ਦਿਮਾਗ ਦੇ ਫੰਕਸ਼ਨਸ ਨੇ, ਆਪਾਂ ਇੱਥੋਂ ਕਲੀਅਰ ਕਰ ਸਕਦੇ ਹਾਂ। ਠੀਕ ਹੈ। ਇਹਨਾਂ ਨੂੰ 2 ਪਾਰਟਸ ਦੇ ਵਿੱਚ ਵੰਡਿਆ ਗਿਆ। ਪਹਿਲਾ ਪਾਰਟ ਆਪਾਂ ਦੇਖ ਪਾ ਰਹੇ ਹਾਂ ਐਲੀਮੈਂਟਰੀ, ਐਂਡ ਸੈਕਿੰਡ ਆਪਾਂ ਦੇਖ ਪਾ ਰਹੇ ਹਾਂ ਹਾਇਰ। ਐਲੀਮੈਂਟਰੀ ਦੇ ਵਿੱਚ ਕੀ ਹੁੰਦਾ ਹੈ, ਹਾਇਰ ਦੇ ਵਿੱਚ ਕੀ ਹੁੰਦਾ, ਦੋਨਾਂ ਨੂੰ ਦੇਖਦੇ ਹਾਂ। ਪਹਿਲਾਂ ਐਲੀਮੈਂਟਰੀ ਨੂੰ ਸਮਝਦੇ ਹਾਂ। ਐਲੀਮੈਂਟਰੀ ਫੰਕਸ਼ਨਸ ਕਿੱਦਾਂ ਹੁੰਦੇ ਆ? ਐਲੀਮੈਂਟਰੀ ਫੰਕਸ਼ਨਸ ਦੀ ਅਗਰ ਗੱਲ ਕਰੀਏ, ਇਹਨਾਂ ਨੂੰ ਆਪਾਂ ਪ੍ਰਾਇਮਰੀ ਵੀ ਬੋਲ ਸਕਦੇ ਹਾਂ।
ਐਲੀਮੈਂਟਰੀ ਮਤਲਬ ਜਿਹੜੇ ਸ਼ੁਰੂਆਤ 'ਚ ਹੁੰਦੇ ਆ, ਪ੍ਰਾਇਮਰੀ ਮਤਲਬ ਜਿਹੜੇ ਸ਼ੁਰੂਆਤ 'ਚ ਹੁੰਦੇ ਆ, ਠੀਕ ਹੈ। ਹੁਣ ਇੱਥੇ ਜੋ ਵਰਡ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ ਕਿ ਜਨਮਜਾਤ, ਇੱਥੋਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਕਿ ਇਹਦੇ ਵਿੱਚ ਉਹਨਾਂ ਸਾਰੇ ਫੰਕਸ਼ਨਸ ਦੀ ਗੱਲ ਕੀਤੀ ਗਈ ਹੈ ਜਿਹੜੇ ਆਪਣੇ ਅੰਦਰ ਜਨਮ ਤੋਂ ਹੀ ਮੌਜੂਦ ਹੁੰਦੇ ਆ। ਜਨਮ ਤੋਂ ਹੀ ਮਤਲਬ ਬਰਥ ਤੋਂ ਹੀ ਆਪਣੇ ਅੰਦਰ ਕੁਝ ਕੁਆਲਿਟੀਜ਼ ਹੁੰਦੀਆਂ ਨੇ। ਨੋ ਡਾਊਟ ਇੱਦਾਂ ਨਹੀਂ ਹੁੰਦਾ ਕਿ ਆਪਣੇ ਮਾਈਂਡ ਬਿਲਕੁਲ ਹੀ ਬਲੈਂਕ ਹੁੰਦਾ, ਬਹੁਤ ਸਾਰੀਆਂ ਕੁਆਲਿਟੀਜ਼ ਹੁੰਦੀਆਂ ਨੇ ਜੋ ਆਪਣੇ ਅੰਦਰ ਜਨਮ ਤੋਂ ਹੀ ਹੁੰਦੀਆਂ ਨੇ, ਜਿਸ ਨੂੰ ਆਪਾਂ ਹੈਰੀਡਿਟੀ ਵੀ ਬੋਲ ਦਿੰਦੇ ਹਾਂ, ਹੈ ਨਾ। ਤਾਂ ਹੋਰ ਵੀ ਬਹੁਤ ਸਾਰੇ ਫੰਕਸ਼ਨਸ ਨੇ ਜੋ ਆਪਣਾ ਮਾਈਂਡ ਇੱਦਾਂ ਨਹੀਂ ਬਿਲਕੁਲ ਬਲੈਂਕ ਨਹੀਂ ਹੁੰਦਾ, ਕੁਛ ਨਾ ਕੁਛ ਫੰਕਸ਼ਨਸ ਉਹਦੇ ਵਿੱਚ ਕੰਮ ਕਰਦੇ ਹੁੰਦੇ ਨੇ ਜਿਹਦੇ ਕਰਕੇ ਆਪਾਂ ਹੋਰ ਸਿੱਖ ਪਾਉਂਦੇ ਹਾਂ, ਠੀਕ ਹੈ। ਤਾਂ ਉਹ ਕੀ ਹੁੰਦੇ ਨੇ, ਐਲੀਮੈਂਟਰੀ ਹੁੰਦੇ ਨੇ ਜੋ ਆਪਾਂ ਨੂੰ ਬਰਥ ਤੋਂ ਮਿਲੇ ਹੋਏ ਹੁੰਦੇ ਨੇ, ਜਨਮਜਾਤ ਹੁੰਦੇ ਨੇ। ਔਰ ਇਹੀ ਜੋ ਫੰਕਸ਼ਨਸ ਨੇ ਆਪਾਂ ਐਨੀਮਲਸ ਦੇ ਵਿੱਚ ਵੀ ਦੇਖ ਪਾਉਂਦੇ ਹਾਂ ਕਿ ਸ਼ੁਰੂ ਦੇ ਵਿੱਚ ਬੱਚਾ ਕਿਸ ਤਰੀਕੇ ਦਾ ਬਿਹੇਵ ਕਰਦਾ ਹੈ। ਅਗਰ ਆਪਾਂ ਨੋਰਮਲੀ ਮੋਸਟਲੀ ਕੀ ਹੁੰਦਾ, ਆਪਾਂ ਐਜ਼ ਅ ਪੈਟ ਡੋਗਸ ਨੂੰ ਜਾਂ ਕੈਟਸ ਨੂੰ ਆਪਣੇ ਘਰ ਦੇ ਵਿੱਚ ਰੱਖਦੇ ਹਾਂ, ਰਾਈਟ। ਤਾਂ ਉੱਥੇ ਕੀ ਹੁੰਦਾ, ਆਪਾਂ ਦੇਖ ਪਾਉਂਦੇ ਕਿ ਜਿਸ ਤਰੀਕੇ ਨਾਲ ਛੋਟੇ ਬੱਚੇ ਨੂੰ ਆਪਾਂ ਜਿਵੇਂ ਸਿਖਾਉਂਦੇ ਹਾਂ ਉਵੇਂ ਉਹ ਸਿੱਖ ਜਾਂਦਾ। ਅਤੇ ਇਹੀ ਬਿਲਕੁਲ ਸੇਮ ਬਿਹੇਵੀਅਰ ਆਪਾਂ ਐਨੀਮਲਸ ਦੇ ਵਿੱਚ ਵੀ ਦੇਖ ਪਾਉਂਦੇ ਹਾਂ ਕਿ ਜਿਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਸਿਖਾਉਂਦੇ ਹਾਂ ਉਹ ਬਿਲਕੁਲ ਉਸੇ ਤਰੀਕੇ ਨਾਲ ਬਿਹੇਵ ਵੀ ਕਰਦੇ ਨੇ, ਨੋ ਡਾਊਟ, ਠੀਕ ਹੈ ਜੀ। ਤਾਂ ਹੁਣ ਦੇਖਦੇ ਹਾਂ ਆਪਣੀ ਜੋ ਕੀ, ਤਾਂ ਬਿਲਕੁਲ ਆਪਾਂ ਇੱਥੇ ਗੱਲ ਕਰ ਰਹੇ ਸੀ ਐਲੀਮੈਂਟਰੀ ਮੈਂਟਲ ਫੰਕਸ਼ਨਸ ਦੀ, ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਕਿ ਬੱਚਿਆਂ ਵਿੱਚ ਜੋ ਕੁਝ ਕੁਆਲਿਟੀਜ਼ ਨੇ ਜੋ ਜਨਮਜਾਤ ਹੀ ਹੁੰਦੀਆਂ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖ ਪਾ ਰਹੇ ਹਾਂ ਕਿ ਅਟੈਂਸ਼ਨ, ਇਹਨੂੰ ਅਟੈਂਸ਼ਨ ਚਾਹੀਦੀ ਹੁੰਦੀ ਹੈ। ਸੈਕਿੰਡ, ਅਗਰ ਆਪਾਂ ਗੱਲ ਕਰੀਏ ਸੈਂਸੇਸ਼ਨ ਦੇ ਵਿੱਚ ਕੀ ਹੁੰਦਾ, ਆਪਾਂ ਇਸ ਨੂੰ ਸਿੰਪਲ ਸ਼ਬਦਾਂ ਵਿੱਚ ਕਹੀਏ ਕਿ ਜਿਵੇਂ ਬੱਚੇ ਨੂੰ ਸਿਖਾਇਆ ਜਾਂਦਾ ਉਸੇ ਤਰੀਕੇ ਨਾਲ ਬੱਚਾ ਸਿੱਖ ਜਾਂਦਾ ਹੈ, ਠੀਕ ਹੈ। ਉਸੇ ਤਰੀਕੇ ਨਾਲ ਉਸ ਨੂੰ ਆਪਣੇ ਮਾਈਂਡ ਦੇ ਵਿੱਚ ਬਿਠਾ ਲੈਂਦਾ ਹੈ। ਫੋਰ ਐਗਜ਼ਾਮਪਲ ਆਪਾਂ ਮੋਸਟਲੀ ਦੇਖਦੇ ਹਾਂ ਕਿ ਬੱਚੇ ਦੇ ਵਿੱਚ ਜੋ ਕੁਆਲਿਟੀਜ਼ ਜੋ ਡਿਸਕੁਆਲਿਟੀ ਪਹਿਲੇ 5 ਸਾਲ ਲਗਾਤਾਰ ਬੱਚਾ, ਅਗਰ ਆਪਾਂ ਕਹੀਏ ਕਿ ਮੋਸਟਲੀ ਇਹ ਸੁਣਨ 'ਚ ਵੀ ਆਉਂਦਾ ਕਿ ਜਿਸ ਤਰੀਕੇ ਨਾਲ ਬੱਚੇ ਦਾ ਵਿਕਾਸ ਪਹਿਲੇ 5 ਸਾਲਾਂ ਵਿੱਚ ਹੋਏਗਾ, ਉਹੀ ਸਾਰੀਆਂ ਕੁਆਲਿਟੀਜ਼ ਜਾਂ ਡਿਸਕੁਆਲਿਟੀਜ਼ ਕਿਤੇ ਨਾ ਕਿਤੇ ਕਾਫੀ ਹੱਦ ਤੱਕ, ਸਾਰੀਆਂ ਨਹੀਂ ਮਤਲਬ ਕਾਫੀ ਹੱਦ ਤੱਕ ਆਪਾਂ ਨੂੰ ਪੂਰੀ ਉਮਰ ਦੇ ਵਿੱਚ ਉਹਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਕਿਉਂਕਿ ਉਸਦਾ ਵਿਕਾਸ, ਕਿਉਂਕਿ ਉਸ ਸਮੇਂ ਕੀ ਹੁੰਦਾ, ਉਸ ਸਮੇਂ ਬੱਚੇ ਦੇ ਸਾਹਮਣੇ ਜੋ ਹੁੰਦਾ, ਬੱਚਾ ਜੋ ਕੁਛ ਦੇਖਦਾ ਜਾਂ ਬੱਚਾ ਜਿਸ ਤਰੀਕੇ ਦੀ ਸੁਸਾਇਟੀ ਦੇ ਵਿੱਚ ਜੋ ਉਸ ਨੂੰ ਸਿਖਾਇਆ ਜਾਂਦਾ, ਸਾਧਾਰਨ ਸ਼ਬਦਾਂ ਵਿੱਚ ਕਹੀਏ ਜੋ ਬੱਚੇ ਨੂੰ ਉਸ ਉਮਰ ਦੇ ਵਿੱਚ ਸਿਖਾਇਆ ਜਾਂਦਾ ਹੈ, ਬੱਚਾ ਉਹੀ ਆਪਣੇ ਮਾਈਂਡ ਦੇ ਵਿੱਚ ਬਿਠਾ ਲੈਂਦਾ, ਆਪਣੀ ਮੈਮਰੀ ਦੇ ਵਿੱਚ ਉਸ ਨੂੰ ਸੇਵ ਕਰ ਲੈਂਦਾ, ਠੀਕ ਹੈ। ਤਾਂ ਉਸ ਦੇ ਵਿੱਚ ਥੋੜ੍ਹੇ ਤਰੀਕੇ ਨਾਲ ਜਿਵੇਂ ਉਹ ਪਰਸੈਪਸ਼ਨ ਦਾ ਮਤਲਬ ਹੋ ਗਿਆ ਐਡ ਕਰਨਾ, ਮਤਲਬ ਆਪਾਂ ਸਿੰਪਲ ਸ਼ਬਦਾਂ ਵਿੱਚ ਕਹੀਏ ਜਿਵੇਂ ਉਹ ਡਿਵੈਲਪ ਹੁੰਦਾ ਜਾਂਦਾ ਉਵੇਂ ਉਹ ਆਪਣੀ ਨੌਲੇਜ ਨੂੰ ਥੋੜ੍ਹਾ ਉਸ ਦੇ ਵਿੱਚ ਐਡ ਕਰਦਾ ਜਾਂਦਾ ਹੈ। ਬਟ ਉਸਦਾ ਜੋ ਇੱਕ ਆਪਾਂ ਕਹਿ ਸਕਦੇ ਹਾਂ ਸਟਾਰਟਿੰਗ ਹੈ, ਬੇਸਿਕ ਹੈ, ਉਹ ਉਸੇ ਤਰੀਕੇ ਦਾ ਬਣ ਜਾਂਦਾ ਜਿਸ ਤਰੀਕੇ ਦੀ ਇਨਵਾਇਰਨਮੈਂਟ ਦੇ ਵਿੱਚ ਉਹ ਰਹਿੰਦਾ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਐਲੀਮੈਂਟਰੀ ਕਿਤੇ ਨਾ ਕਿਤੇ ਕੀ ਹੁੰਦੀ, ਜਨਮਜਾਤ ਹੁੰਦੀ ਔਰ ਪੂਰੇ ਤਰੀਕੇ ਨਾਲ ਡਿਪੈਂਡ ਕਰ ਜਾਂਦੀ ਹੈ ਸੁਸਾਇਟੀ ਦੇ ਉੱਪਰ। ਕੁਝ ਫੰਕਸ਼ਨਸ ਆਪਣੇ ਅਗਰ ਦੇਖੀਏ ਹਾਇਰ ਫੰਕਸ਼ਨਸ ਦੇ ਵਿੱਚ ਕੀ ਹੁੰਦਾ, ਹੁਣ ਇੱਥੇ ਕੀ ਹੈ, ਬੱਚਾ ਛੋਟਾ ਨਹੀਂ ਹੈ। ਹਾਇਰ ਫੰਕਸ਼ਨਸ ਕੀ ਹੁੰਦੇ ਨੇ, ਇਹ ਕੀ ਹੁੰਦੇ ਨੇ, ਜਨਮਜਾਤ ਨਹੀਂ ਹੁੰਦੇ ਮਤਲਬ ਇਹ ਆਪਣੇ ਅੰਦਰ, ਹੁਣ ਫੋਰ ਐਗਜ਼ਾਮਪਲ ਭਾਸ਼ਾ ਹੈ, ਠੀਕ ਹੈ। ਇੱਥੇ ਤੁਸੀਂ ਇੱਕ ਵਰਡ ਦੇਖ ਪਾ ਰਹੇ ਹੋ ਲੈਂਗੁਏਜ ਆਪਾਂ ਕਿ ਜਨਮ ਤੋਂ ਸਿੱਖ ਕੇ ਆਉਂਦੇ ਹਾਂ ਆਪਾਂ। ਹੁਣ ਫੋਰ ਐਗਜ਼ਾਮਪਲ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੀ ਮਦਰ ਲੈਂਗੁਏਜ ਪੰਜਾਬੀ ਹੈ, ਜਿਨ੍ਹਾਂ ਦੀ ਮਦਰ ਲੈਂਗੁਏਜ ਇੰਗਲਿਸ਼ ਹੈ, ਜਿਨ੍ਹਾਂ ਦੀ ਮਦਰ ਲੈਂਗੁਏਜ ਆਪਾਂ ਕਹਿ ਸਕਦੇ ਹਿੰਦੀ ਹੈ, ਠੀਕ ਹੈ। ਬਟ ਉਹ ਜਨਮ ਤੋਂ ਨਹੀਂ ਨਾ ਸਿੱਖ ਕੇ ਆਉਂਦੇ, ਜਿਸ ਤਰੀਕੇ ਦੇ ਇਨਵਾਇਰਨਮੈਂਟ ਦੇ ਵਿੱਚ ਰਹਿੰਦੇ ਨੇ ਉਸ ਤਰੀਕੇ ਨਾਲ ਉਹ ਸਿੱਖ ਲੈਂਦੇ ਨੇ। ਮਤਲਬ ਇਹ ਜੋ ਚੀਜ਼ ਹੈ ਇਹ ਜਨਮਜਾਤ ਨਹੀਂ ਹੈ, ਇਹ ਆਪਾਂ ਇਨਵਾਇਰਨਮੈਂਟ ਦੇ ਵਿੱਚ ਰਹਿ ਕੇ ਜਾਂ ਆਪਣੀ ਸੁਸਾਇਟੀ ਦੇ ਵਿੱਚ ਰਹਿ ਕੇ ਆਪਣੇ ਆਸ-ਪਾਸ ਨੂੰ ਦੇਖ ਕੇ ਆਪਾਂ ਸਿੱਖਦੇ ਹਾਂ, ਠੀਕ ਹੈ। ਹੁਣ ਆਪਾਂ ਪੰਜਾਬੀ ਬੋਲਣੀ ਹੀ ਕਿਉਂ ਸਿੱਖੀਏ, ਕਿਉਂਕਿ ਆਪਾਂ ਇਹ ਕੁਆਲਿਟੀ ਆਪਾਂ ਨੇ ਜੋ ਲੈਂਗੁਏਜ ਸਿੱਖਿਆ ਉਹ ਜਨਮ ਲੈਣ ਤੋਂ ਬਾਅਦ ਮਤਲਬ ਸੁਸਾਇਟੀ ਦੇ ਵਿੱਚ ਰਹਿ ਕੇ ਸਿੱਖਿਆ, ਤਾਂ ਇਹ ਕੀ ਹੋਏਗਾ, ਜਨਮਜਾਤ ਨਹੀਂ ਹੋਏਗਾ, ਠੀਕ ਹੈ ਜੀ। ਅਤੇ ਇਸੇ ਤਰੀਕੇ ਨਾਲ ਆਪਾਂ ਸਿੰਪਲ ਸ਼ਬਦਾਂ ਵਿੱਚ ਕਹੀਏ ਜੋ ਸੈਕੰਡਰੀ ਫੰਕਸ਼ਨਸ ਹੁੰਦੇ ਨੇ, ਕੁਝ ਫੰਕਸ਼ਨਸ ਆਪਣੇ ਮਾਈਂਡ ਦੇ ਵਿੱਚ ਇੱਦਾਂ ਦੇ ਹੁੰਦੇ ਨੇ ਜੋ ਜਨਮਜਾਤ ਨਹੀਂ ਹੁੰਦੇ, ਠੀਕ ਹੈ। ਔਰ ਇਹੀ ਚੀਜ਼ਾਂ ਆਪਾਂ ਦੇਖ ਪਾ ਰਹੇ ਹਾਂ ਕਿ ਐਨੀਮਲਸ ਦੇ ਵਿੱਚ ਨਹੀਂ ਪਾਈਆਂ ਜਾਂਦੀਆਂ, ਠੀਕ ਹੈ। ਹੁਣ ਜੋ ਆਪਾਂ ਲੈਂਗੁਏਜ ਹੈ ਐਨੀਮਲਸ ਨੂੰ ਆਪਾਂ ਕਿੰਨਾ ਵੀ ਸਿਖਾਉਣ ਦੀ ਕੋਸ਼ਿਸ਼ ਕਰੀਏ, ਡੋਗ ਕੈਟ ਜਿੰਨਾ ਵੀ ਸਿਖਾਉਣ ਦੀ ਕੋਸ਼ਿਸ਼ ਕਰੀਏ, ਬਟ ਆਪਣੀ ਲੈਂਗੁਏਜ ਨਹੀਂ ਸਿੱਖ ਸਕਦੇ, ਠੀਕ ਹੈ, ਕਿਉਂਕਿ ਉਹਨਾਂ ਅੰਦਰ ਇਹ ਫੰਕਸ਼ਨਸ ਨਹੀਂ ਹੁੰਦੇ। ਹੁਣ ਆਪਾਂ ਦੇਖ ਪਾ ਰਹੇ ਹਾਂ ਲੈਂਗੁਏਜ, ਇਹ ਮੈਂ ਤੁਹਾਨੂੰ ਹੁਣੀ ਐਕਸਪਲੇਨ ਕਰਤਾ, ਠੀਕ ਹੈ, ਕਿ ਬਟ ਜੋ ਲੈਂਗੁਏਜ ਸਿੱਖਣ ਦੀ ਕੁਆਲਿਟੀ ਹੈ ਨਾ ਉਹ ਆਪਣੀ ਕੀ ਹੁੰਦੀ ਹੈ, ਜਨਮਜਾਤ ਹੁੰਦੀ ਹੈ, ਜੋ ਕਿ ਨੋਮ ਚੋਮਸਕੀ ਦੁਆਰਾ ਕਿਹਾ ਗਿਆ ਸੀ, ਜਿਨ੍ਹਾਂ ਨੂੰ ਆਪਾਂ ਅੱਗੇ ਸਟੱਡੀ ਕਰਾਂਗੇ, ਠੀਕ ਹੈ। ਅੱਗੇ ਅਗਰ ਗੱਲ ਕਰੀਏ ਇਸ ਤੋਂ ਬਾਅਦ ਨੈਕਸਟ ਆ ਜਾਂਦਾ ਥੋਟਸ, ਸੋਚਣਾ। ਥੋਟਸ ਮਤਲਬ ਆਪਣੇ ਵਿਚਾਰ ਜਨਮ ਤੋਂ ਨਹੀਂ ਹੁੰਦੇ, ਆਪਾਂ ਨੂੰ ਸਾਰਿਆਂ ਨੂੰ ਕਲੀਅਰਲੀ ਪਤਾ ਹੈ ਕਿ ਥੋਟਸ ਨੇ ਆਪਣੇ ਅੰਦਰ ਵਿਚਾਰ ਆਉਂਦੇ ਨੇ, ਆਪਾਂ ਸੋਚਣਾ ਸ਼ੁਰੂ ਕਰਦੇ ਹਾਂ, ਥਿੰਕਿੰਗ ਲਗਾਉਣਾ ਸ਼ੁਰੂ ਕਰਦੇ ਹਾਂ, ਰੀਜ਼ਨਿੰਗ ਲੌਜੀਕਲ ਥਿੰਕਿੰਗ ਲਗਾਉਣਾ ਸ਼ੁਰੂ ਕਰਦੇ ਹਾਂ, ਠੀਕ ਹੈ। ਜਾਂ ਫਿਰ ਆਪਣੀਆਂ ਜੋ ਲੈਂਗੁਏਜ ਸਕਿੱਲਸ ਹੁੰਦੀਆਂ ਨੇ ਜਿਵੇਂ ਬੋਲਣਾ, ਲਿਖਣਾ, ਪੜ੍ਹਨਾ, ਸੁਣਨਾ, ਇਹ ਸਾਰਾ ਕੁਝ ਆਪਾਂ ਜਨਮ ਤੋਂ ਬਾਅਦ ਆਪਣੀ ਜੋ ਫੰਕਸ਼ਨਸ ਨੇ ਉਹ ਕੰਮ ਕਰਦੇ ਨੇ, ਸਿੱਖਦੇ ਨੇ, ਠੀਕ ਹੈ। ਇਹ ਜਨਮਜਾਤ ਨਹੀਂ ਹੁੰਦੇ। ਤਾਂ ਉਮੀਦ ਹੈ ਜਿਹੜੇ ਇਹ ਦੋ ਫੰਕਸ਼ਨਸ ਨੇ ਇਹਨਾਂ ਵਿੱਚ ਜੋ ਡਾਊਟ ਕੋਈ ਨਹੀਂ ਰਿਹਾ ਹੋਊਗਾ। ਸਿੰਪਲ ਸ਼ਬਦਾਂ ਵਿੱਚ ਤੁਹਾਨੂੰ ਇੱਥੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਹੁਤ ਸਾਰੇ ਫੰਕਸ਼ਨਸ ਆਪਣੇ ਅੰਦਰ ਕੀ ਹੁੰਦੇ ਆ, ਜਨਮਜਾਤ ਹੁੰਦੇ ਆ, ਔਰ ਬਹੁਤ ਸਾਰੇ ਫੰਕਸ਼ਨਸ ਆਪਣੇ ਅੰਦਰ ਕੀ ਹੁੰਦੇ ਆ, ਜਨਮਜਾਤ ਨਹੀਂ ਹੁੰਦੇ, ਠੀਕ ਹੈ। ਜਿਹਦੇ ਕਰਕੇ ਕੀ ਹੁੰਦਾ, ਆਪਾਂ ਅੱਗੇ ਸੁਸਾਇਟੀ ਦੇ ਵਿੱਚ ਰਹਿ ਕੇ ਆਪਾਂ ਸਿੱਖਦੇ ਹਾਂ ਔਰ ਇਹਦੇ ਨਾਲ ਆਪਣੇ ਗਿਆਨ ਦਾ ਕੀ ਹੁੰਦਾ, ਵਿਕਾਸ ਹੁੰਦਾ, ਠੀਕ ਹੈ। ਨੈਕਸਟ ਅਗਰ ਗੱਲ ਕਰੀਏ
ਬਿਲਕੁਲ ਪ੍ਰੋਬਲਮ ਸੋਲਵਿੰਗ ਸਕਿੱਲ ਇੱਕ ਪੁਆਇੰਟ ਰਹਿ ਗਿਆ ਸੀ ਉਸਦਾ। ਪ੍ਰੋਬਲਮ ਸੋਲਵਿੰਗ ਸਕਿੱਲਸ ਵੀ ਆਪਣੇ ਕੋਲ ਕੀ ਹੁੰਦੇ ਆ, ਸੈਕੰਡਰੀ ਫੰਕਸ਼ਨਸ ਦੇ ਵਿੱਚ ਆਉਂਦੇ ਆ। ਠੀਕ ਹੈ, ਤਾਂ ਇਹਦੇ ਵਿੱਚ ਕੁਐਸਚਨ ਕੀ ਬਣ ਸਕਦਾ ਹੈ, ਤੁਹਾਨੂੰ ਹੋ ਸਕਦਾ 4 ਆਪਸ਼ਨਸ ਦਿੱਤੀਆਂ ਹੋਣ ਜਿਹਦੇ ਵਿੱਚ ਪੁੱਛਿਆ ਜਾਵੇ ਕਿ ਇਹਨਾਂ ਵਿੱਚ ਇੱਕ ਕਿਹੜਾ ਐਲੀਮੈਂਟਰੀ ਨਹੀਂ ਹੈ ਜਾਂ ਇੱਕ ਕਿਹੜਾ ਸੈਕੰਡਰੀ ਜਾਂ ਹਾਇਰ ਮੈਂਟਲ ਫੰਕਸ਼ਨ ਨਹੀਂ ਹੈ। ਠੀਕ ਹੈ, ਤਾਂ ਹੁਣ ਅਗਰ ਗੱਲ ਕਰੀਏ ਇਸ ਤੋਂ ਬਾਅਦ, ਇੱਥੇ ਤੱਕ ਜਸਟ ਬੇਸਿਕ ਜਿਹੀਆਂ ਗੱਲਾਂ ਚੱਲ ਰਹੀਆਂ ਸੀ। ਥਿਊਰੀ ਅਗਰ ਗੱਲ ਕਰੀਏ ਤਾਂ 3 ਮੇਨ ਐਸਪੈਕਟਸ ਨੇ ਜਿਹੜੇ ਥਿਊਰੀ ਦੇ ਵਿੱਚ ਆ ਜਾਂਦੇ ਨੇ, ਜਿਨ੍ਹਾਂ ਬਾਰੇ ਵਾਈਗੋਸਕੀ ਘੁੰਮ ਫਿਰਾ ਕੇ ਇਹਨਾਂ ਬਾਰੇ ਹੀ ਗੱਲ ਕਰਦੇ ਨੇ ਪੂਰੀ ਥਿਊਰੀ ਦੇ ਵਿੱਚ। ਪਹਿਲੀ ਗੱਲ ਤਾਂ ਕੀ ਆ ਜਾਂਦੀ ਹੈ, ਸੋਸ਼ਲ ਇੰਟਰੈਕਸ਼ਨ। ਠੀਕ ਹੈ, ਹੁਣੇ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਵਾਈਗੋਸਕੀ ਸਮਾਜ, ਆਪਾਂ ਕਹਿ ਸਕਦੇ ਹਾਂ ਕਿ ਸਮਾਜ ਦੇ ਉੱਪਰ ਉਹਨਾਂ ਨੇ ਪੂਰਾ ਆਪਣਾ ਫੋਕਸ ਦਿੱਤਾ ਸੀਗਾ, ਅਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਬੱਚੇ ਦਾ ਜੋ ਵਿਕਾਸ ਹੈ, ਗਿਆਨ ਦਾ ਵਿਕਾਸ ਹੈ, ਅਗਰ ਉਹ ਕੁਛ ਸਮਝ ਪਾਉਂਦਾ ਹੈ, ਕੁਛ ਸੋਚ ਪਾਉਂਦਾ ਹੈ, ਕੁਛ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਵਿਊਜ਼ ਰੱਖ ਰਿਹਾ ਜਾਂ ਅੰਡਰਸਟੈਂਡਿੰਗ ਹੋ ਗਿਆ ਜਾਂ ਮੈਂਟਲ ਲੈਵਲ ਦਾ ਕਿਸੇ ਵੀ ਤਰੀਕੇ ਨਾਲ ਅਗਰ ਉਸ ਦਾ ਵਿਕਾਸ ਹੋਇਆ ਤਾਂ ਉਹ ਸੁਸਾਇਟੀ ਦੇ ਵਿੱਚ ਰਹਿ ਕੇ ਹੀ ਹੋਇਆ। ਜ਼ਰੂਰੀ ਨਹੀਂ ਹੈ ਕਿ ਅਗਰ ਉਸ ਦੀ ਉਮਰ ਛੋਟੀ ਹੈ ਤਾਂ ਉਹ ਨਹੀਂ ਸਿੱਖ ਪਾਏਗਾ। ਉਮਰ ਦੇ ਉੱਪਰ ਨਹੀਂ, ਉਹਨਾਂ ਨੇ ਸੁਸਾਇਟੀ ਔਰ ਸੰਸਕ੍ਰਿਤੀ ਜੋ ਕਿ ਆਪਣੀ ਬਿਲਕੁਲ ਹੀ ਕਾਫੀ ਆਪਾਂ ਕਹਿ ਸਕਦੇ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਹੁੰਦੀ ਹੈ, ਇੱਕ ਕਲਚਰ ਹੁੰਦਾ ਹੈ ਆਪਣਾ। ਠੀਕ ਹੈ, ਤਾਂ ਉਹਨਾਂ ਦੇ ਅਕੋਰਡਿੰਗ ਉਹਨਾਂ ਨੇ ਕਿਹਾ ਕਿ ਸੋਸ਼ਲ ਇੰਟਰੈਕਸ਼ਨ ਦੇ ਨਾਲ ਬੱਚਾ ਸਿੱਖਦਾ ਹੈ। ਸੈਕਿੰਡ ਉਹਨਾਂ ਨੇ ਗੱਲ ਕੀਤੀ ਕਲਚਰ, ਜਿਵੇਂ ਕਿ ਮੈਂ ਹੁਣ ਤੁਹਾਨੂੰ ਦੱਸਿਆ ਸੰਸਕ੍ਰਿਤੀ ਜੋ ਕਿ ਆਪਣੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਹੁੰਦੀ ਹੈ। ਹਰ ਇੱਕ ਪਰਸਨ ਦਾ ਆਪਣਾ ਇੱਕ ਕਲਚਰ ਹੁੰਦਾ ਹੈ, ਔਰ ਕੁਛ ਵੀ ਹੋ ਜਾਵੇ ਚਾਹੇ, ਮਤਲਬ ਕਿਤੇ ਨਾ ਕਿਤੇ ਉਹ ਆਪਾਂ ਉਸ ਕਲਚਰ ਨਾਲ ਜੁੜੇ ਹੋਏ ਹੁੰਦੇ ਹਾਂ, ਔਰ ਆਪਣਾ ਵਿਕਾਸ ਵੀ ਉਸ ਕਲਚਰ ਦੇ ਨਾਲ ਰਿਲੇਟਡ ਹੀ ਹੋਇਆ ਹੁੰਦਾ। ਕਿਉਂ? ਕਿਉਂਕਿ ਆਪਣੀ ਫੈਮਿਲੀ ਉਸ ਕਲਚਰ ਨਾਲ ਬਿਲੋਂਗ ਕਰਦੀ ਹੈ, ਆਪਣੀ ਗ੍ਰੈਂਡ ਪੇਰੈਂਟਸ, ਆਪਣੀ ਗ੍ਰੈਂਡ ਪੇਰੈਂਟਸ। ਠੀਕ ਹੈ, ਕਿਤੇ ਨਾ ਕਿਤੇ ਪੀੜ੍ਹੀ ਦਰ ਪੀੜ੍ਹੀ ਚੱਲਦੀ ਆਉਂਦੀ, ਔਰ ਆਪਾਂ ਵੀ ਉਸੇ ਤਰੀਕੇ ਨਾਲ ਉਸੇ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਤਾਂ ਉਸੇ ਕਲਚਰ ਦੇ ਨਾਲ ਆਪਾਂ ਡਿਵੈਲਪ ਹੁੰਦੇ ਹਾਂ। ਥਰਡ ਉਹਨਾਂ ਦਾ ਫੋਕਸ ਸੀਗਾ ਲੈਂਗੁਏਜ ਦੇ ਉੱਪਰ। ਲੈਂਗੁਏਜ ਦੇ ਉੱਪਰ ਉਹਨਾਂ ਦਾ ਕੀ ਫੋਕਸ ਸੀਗਾ, ਲੈਂਗੁਏਜ ਦਾ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਬੱਚਾ ਕੀ ਕਰਦਾ ਹੈ, ਭਾਸ਼ਾ ਦੇ ਜ਼ਰੀਏ, ਮਤਲਬ ਭਾਸ਼ਾ ਇੱਕ ਜ਼ਰੀਆ ਹੈ ਜਿਹਦੇ ਜ਼ਰੀਏ ਉਹ ਸਿੱਖਦਾ ਹੈ, ਸਮਝਦਾ ਹੈ। ਸਮਾਜ ਦੇ ਵਿੱਚ ਅਗਰ ਬੱਚਾ ਭਾਸ਼ਾ ਨਹੀਂ ਸਮਝ ਪਾ ਰਿਹਾ, ਭਾਸ਼ਾ ਨਾ ਹੀ ਸੁਣ ਪਾ ਰਿਹਾ, ਨਾ ਹੀ ਬੋਲ ਪਾ ਰਿਹਾ, ਤਾਂ ਕਿਤੇ ਨਾ ਕਿਤੇ ਉਸਦਾ ਜੋ ਮਾਨਸਿਕ ਵਿਕਾਸ ਉਹ ਨਹੀਂ ਹੋ ਪਾਏਗਾ। ਠੀਕ ਹੈ, ਅਗਰ ਉਹ ਭਾਸ਼ਾ ਨੂੰ ਸਮਝ ਵੀ ਪਾ ਰਿਹਾ, ਬੋਲ ਵੀ ਪਾ ਰਿਹਾ, ਅਤੇ ਤਾਂ ਹੀ ਉਹ ਆਪਣੇ ਵਿਚਾਰਾਂ ਨੂੰ ਆਪਾਂ ਕਹਿ ਸਕਦੇ ਕਿ ਦਿਸ਼ਾ ਦੇ ਪਾ ਰਿਹਾ। ਠੀਕ ਹੈ, ਅਗਰ ਉਹ ਭਾਸ਼ਾ ਨੂੰ ਸਮਝ ਪਾ ਰਿਹਾ, ਜਿਸ ਕਰਕੇ ਉਹ ਸਮਝ ਰਿਹਾ ਕਿ ਉਸ ਦੇ ਆਲੇ ਦੁਆਲੇ ਕੀ ਹੋ ਰਿਹਾ, ਅਗਰ ਉਹ ਭਾਸ਼ਾ ਬੋਲ ਸਕਦਾ ਹੈ ਤਾਂ ਉਹ ਆਪਣੇ ਵਿਚਾਰ ਵੀ ਰੱਖਣੇ ਹੌਲੀ ਹੌਲੀ ਸ਼ੁਰੂ ਕਰ ਦਿੰਦਾ ਹੈ। ਤਾਂ ਲੈਂਗੁਏਜ ਇੱਕ ਜ਼ਰੀਆ ਹੈ। ਠੀਕ ਹੈ, ਇਹਨਾਂ 3 ਐਸਪੈਕਟਸ ਬਾਰੇ ਵਾਈਗੋਸਕੀ ਨੇ ਬਾਰ-ਬਾਰ ਘੁਮਾ ਫਿਰਾ ਕੇ ਆਪਾਂ ਕਹਿ ਸਕਦੇ ਕਿ ਇਹਨਾਂ 3 ਐਸਪੈਕਟਸ ਦੇ ਨੀਅਰ ਅਬਾਊਟ ਹੀ ਸਾਰੀ ਗੱਲ ਇਸ ਥਿਊਰੀ ਦੇ ਵਿੱਚ ਕੀਤੀ ਗਈ ਹੈ। ਨੈਕਸਟ ਅਗਰ ਗੱਲ ਕਰੀਏ, ਆ ਤਿੰਨੋਂ ਤੁਹਾਡੇ ਸਾਹਮਣੇ ਨੇ, ਸੋਸ਼ਲ ਇੰਟਰੈਕਸ਼ਨ, ਲੈਂਗੁਏਜ, ਕਲਚਰ। ਠੀਕ ਹੈ, ਉਸ ਤੋਂ ਬਾਅਦ ਕੁਝ ਹੋਰ ਐਸਪੈਕਟਸ ਆ ਜਾਂਦੇ ਨੇ, ਜਿਵੇਂ ਕਿ ਪੀਅਰ ਇੰਟਰੈਕਸ਼ਨਸ, ਮਤਲਬ ਹਮ ਉਮਰ ਦਾ ਮਤਲਬ ਕੀ ਹੋ ਗਿਆ, ਮਤਲਬ ਜੋ ਆਪਣੇ ਸਾਥੀ ਹੁੰਦੇ ਨੇ, ਜਿਵੇਂ ਕਿ ਗਰੁੱਪ ਏਜ ਹੁੰਦਾ ਹੈ। ਠੀਕ ਹੈ, ਏਜ ਗਰੁੱਪ ਆਪਾਂ ਬੋਲ ਸਕਦੇ ਹਾਂ ਕਿ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਸ ਤਰੀਕੇ ਦੀ ਆਪਾਂ ਮੋਸਟਲੀ ਕਹਿ ਦਿੰਦੇ ਕਿ ਜਿਸ ਤਰੀਕੇ ਦੀ ਆਪਾਂ ਕੰਪਨੀ ਵਿੱਚ ਰਵਾਂਗੇ, ਆਪਾਂ ਨਾ ਕਿਤੇ ਆਪਾਂ ਵੀ ਉਸੇ ਤਰੀਕੇ ਦੇ ਬਣ ਜਾਵਾਂਗੇ। ਕਿਉਂਕਿ ਜੋ ਹਮ ਉਮਰ ਦੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਗਰੁੱਪ ਹੁੰਦਾ, ਉਹ ਬਹੁਤ ਜ਼ਿਆਦਾ ਹੱਦ ਤੱਕ ਇਫੈਕਟਿਵ ਕਰਦਾ ਹੈ ਆਪਣੇ ਵਿਕਾਸ ਨੂੰ। ਆਪਾਂ ਜਿਸ ਤਰੀਕੇ ਨਾਲ ਰਹਿੰਦੇ ਹਾਂ, ਜਿਸ ਤਰੀਕੇ ਦੇ ਲੋਕਾਂ ਦੇ ਵਿੱਚ, ਜਿਸ ਤਰੀਕੇ ਦੇ ਦੋਸਤਾਂ ਦੇ ਵਿੱਚ ਰਹਿੰਦੇ ਹਾਂ, ਉਸ ਤਰੀਕੇ ਨਾਲ ਆਪਣਾ ਵਿਕਾਸ ਹੁੰਦਾ। ਠੀਕ ਹੈ, ਜੋ ਕਿ ਇੱਕ ਸੁਸਾਇਟੀ ਦਾ ਬਹੁਤ ਇੰਪੋਰਟੈਂਟ ਪਾਰਟ ਹੈ। ਨੈਕਸਟ ਅਗਰ ਗੱਲ ਕਰੀਏ ਇਮੀਟੇਟਿਵ ਲਰਨਿੰਗ ਹੁੰਦਾ, ਇਮੀਟੇਟਿਵ ਦਾ ਮਤਲਬ ਕੀ ਹੋ ਗਿਆ, ਨਕਲ ਹੋ ਗਿਆ। ਠੀਕ ਹੈ, ਇਮੀਟੇਟਿਵ ਮਤਲਬ ਨਕਲ ਕਰਕੇ ਸਿੱਖਣਾ। ਛੋਟੀ ਉਮਰ ਦੇ ਵਿੱਚ ਕੀ ਕਰਦੇ ਆ, ਬੱਚਾ ਨਕਲ ਕਰਕੇ ਸਿੱਖਦਾ ਹੈ। ਉਸਦੇ ਪੇਰੈਂਟਸ ਕਿਸ ਤਰੀਕੇ ਨਾਲ ਬਿਹੇਵ ਕਰ ਰਹੇ ਨੇ, ਬਿਲਕੁਲ ਉਹਨਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਟੀਚਰ ਕਿਸ ਤਰੀਕੇ ਨਾਲ ਬੋਲ ਰਿਹਾ ਹੈ, ਟੀਚਰ ਕਿਸ ਤਰੀਕੇ ਨਾਲ ਪਹਿਨ ਰਿਹਾ ਹੈ, ਟੀਚਰ ਕਿਸ ਤਰੀਕੇ ਨਾਲ ਤੁਰ ਰਿਹਾ, ਉਹਨਾਂ ਨੂੰ ਕਾਪੀ ਕਰਦਾ। ਕਿਉਂਕਿ ਕਿਤੇ ਨਾ ਕਿਤੇ ਜੋ ਉਹ ਦੇਖਦਾ ਉਹੀ ਉਹ ਸਿੱਖਦਾ। ਸਿੰਪਲ ਸ਼ਬਦਾਂ ਵਿੱਚ ਕਹੀਏ ਤਾਂ ਇਮੀਟੇਟਿਵ ਲਰਨਿੰਗ ਤਾਂ ਕਿਤੇ ਨਾ ਕਿਤੇ ਉਸਦੀ ਜੋ ਸ਼ੁਰੂਆਤ ਹੁੰਦੀ ਹੈ ਉਹ ਨਕਲ ਕਰਨ ਤੋਂ ਹੀ ਹੁੰਦੀ ਹੈ। ਬੱਚਾ ਜਿਸ ਤਰੀਕੇ ਨਾਲ ਦੇਖੇਗਾ, ਕਰਨ ਦੀ ਕੋਸ਼ਿਸ਼ ਕਰੇਗਾ, ਅਤੇ ਉਹੀ ਗੱਲਾਂ ਉਸਦੇ ਮਨ ਦੇ ਵਿੱਚ ਵੀ ਬੈਠ ਜਾਂਦੀਆਂ ਨੇ, ਅਤੇ ਜਿਸ ਤਰੀਕੇ ਨਾਲ ਉਸਦੇ ਮਾਈਂਡ ਦਾ ਜੋ ਵਿਕਾਸ ਹੈ ਉਹ ਸ਼ੁਰੂ ਹੋ ਜਾਂਦਾ ਹੈ। ਠੀਕ ਹੈ ਜੀ, ਕੋਲਬਰੇਟਿਵ ਲਰਨਿੰਗ ਦੇ ਵਿੱਚ ਕੀ ਹੈ, ਹੁਣ ਇਹਦੇ ਵਿੱਚ ਕੀ ਹੈ, ਸਹਿਯੋਗ ਦੇਣਾ, ਸਹਿਯੋਗ ਨਾਲ ਸਿਖਾਉਣਾ। ਹੁਣ ਇੱਕ ਬੱਚਾ ਖੁਦ ਇਕੱਲਾ ਨਹੀਂ ਸਿੱਖ ਸਕਦਾ। ਦਾ ਮਤਲਬ ਕੀ ਹੈ ਕਿ ਕਿਤੇ ਨਾ ਕਿਤੇ ਉਸਨੂੰ ਕਿਸੇ ਨਾ ਕਿਸੇ ਹੈਲਪ ਦੀ ਜ਼ਰੂਰਤ ਹੁੰਦੀ ਹੈ, ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ, ਹੁਣ ਸਮਾਜ ਦੇ ਵਿੱਚ ਬਹੁਤ ਸਾਰੇ, ਹੁਣ ਛੋਟਾ ਬੱਚਾ ਹੈ, ਉਸਨੂੰ ਅਗਰ ਆਪਾਂ ਲੈਂਗੁਏਜ ਨਹੀਂ ਸਿਖਾਵਾਂਗੇ, ਉਸਦੇ ਪੇਰੈਂਟਸ ਉਸਦੇ ਨਾਲ ਲੱਗੇ ਰਹਿੰਦੇ ਕਿ ਦਾ ਮਾਂ ਬੋਲੋ, ਹੈ ਨਾ, ਤਾਂ ਉਹ ਬੋਲਣਾ ਸ਼ੁਰੂ ਕਰ ਦਿੰਦਾ, ਕਿਉਂਕਿ ਉਸਨੂੰ ਸਹਿਯੋਗ ਮਿਲ ਰਿਹਾ, ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਹੈਲਪ ਮਿਲ ਰਹੀ ਹੈ। ਠੀਕ ਹੈ, ਤਾਂ ਸਮਾਜ ਦੇ ਵਿੱਚ ਰਹੇਗਾ ਤਾਂ ਉਸਨੂੰ ਸਹਿਯੋਗ ਨਾਲ ਉਹ ਕਾਫੀ ਕੁਛ ਸਿੱਖ ਲੈਂਦਾ ਹੈ। ਡਾਇਰੈਕਟ ਵੇ ਦੇ ਨਾਲ ਕਹੋ ਚਾਹੇ ਇਨਡਾਇਰੈਕਟ ਵੇ ਨਾਲ ਕਹੋ, ਬੱਚਾ ਦੇਖ ਕੇ ਹੀ ਸਿੱਖਦਾ ਹੈ, ਨਕਲ ਕਰਕੇ ਸਿੱਖਦਾ। ਜੇਕਰ ਉਸਨੂੰ ਕੋਈ ਨਹੀਂ ਵੀ ਕੁਛ ਸਿਖਾ ਰਿਹਾ ਤਾਂ ਵੀ ਉਹ ਕਿਤੇ ਨਾ ਕਿਤੇ ਕੁਛ ਨਾ ਕੁਛ ਦੇਖ ਕੇ ਹੀ ਸਿੱਖੇਗਾ। ਉਹ ਇੱਦਾਂ ਨਹੀਂ ਹੈ ਕਿ ਖੁਦ ਇਕੱਲਾ ਆਪਣੇ ਆਪ ਵਿਕਾਸ ਹੋ ਜਾਏਗਾ। ਸਮਾਜ ਦੀ ਸੰਸਕ੍ਰਿਤੀ ਤੋਂ ਬਿਨਾਂ ਪੋਸੀਬਲ ਨਹੀਂ ਹੈ। ਇੰਸਟਰਕਸ਼ਨਲ ਦੀ ਅਗਰ ਗੱਲ ਕਰੀਏ, ਇੰਸਟਰਕਸ਼ਨਸ ਦੇਣਾ, ਉਹ ਚੀਜ਼ ਆ ਜਾਂਦੀ ਹੈ ਕਿ ਇੰਸਟਰਕਸ਼ਨਸ ਦੇ ਕੇ ਬੱਚੇ ਨੂੰ ਕਿ ਹਾਂਜੀ ਇਹ ਤੁਹਾਡੇ ਲਈ ਗਲਤ ਹੈ, ਇਹ ਤੁਹਾਡੇ ਲਈ ਸਹੀ, ਕੁਛ ਇੰਸਟਰਕਸ਼ਨਸ ਹੁੰਦੀਆਂ ਨੇ ਜਿਹੜਾ ਬੱਚਾ
ਉਸੇ ਤਰੀਕੇ ਨਾਲ ਆਪਣੇ ਮਨ ਦੇ ਵਿੱਚ ਬਿਠਾ ਲੈਂਦੇ ਔਰ ਫੋਲੋ ਕਰਦੇ ਕਿ ਨਹੀਂ ਇਹ ਬੁਰੀ ਚੀਜ਼ ਹੈ, ਇਹ ਸਹੀ ਚੀਜ਼ ਹੈ, ਇਸ ਨੂੰ ਮੈਨੇ ਅੱਗੇ ਫੋਲੋ ਕਰਨਾ ਹੈ, ਇਸ ਨੂੰ ਮੈਨੇ ਛੱਡ ਦੇਣਾ ਹੈ। ਤਾਂ ਆਪਾਂ ਛੋਟੇ ਬੱਚੇ ਨੂੰ ਵੀ ਇਸ ਤਰੀਕੇ ਨਾਲ ਨਹੀਂ ਇਹ ਬੈਡ ਹੈਬਿਟ ਹੈ, ਗੁੱਡ ਹੈਬਿਟ ਹੈ, ਕੁਛ ਇੰਸਟਰਕਸ਼ਨਸ ਦਿੰਦੇ ਰਹਿੰਦੇ ਹਾਂ। ਠੀਕ ਹੈ ਜੀ, ਗਾਈਡ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਠੀਕ ਹੈ ਕਿ ਜਿਵੇਂ ਜਿਵੇਂ ਹੁਣ ਗਾਈਡੈਂਸ ਕਿੰਨੀ ਕੁ ਇੰਪੋਰਟੈਂਸ ਆਪਣੀ ਲਾਈਫ ਦੇ ਵਿੱਚ ਸਭ ਨੂੰ ਪਤਾ ਹੈ। ਜਿੱਥੇ ਕਨਫਿਊਜ਼ਨ ਹੋ ਜਾਂਦੀ ਆਪਾਂ ਉੱਥੇ ਕਿਸੇ ਸੈਕਿੰਡ ਪਰਸਨ ਤੋਂ ਜਾਂ ਕਿਸੇ ਥਰਡ ਪਰਸਨ ਤੋਂ ਆਪਾਂ ਐਡਵਾਈਸ ਲੈਂਦੇ ਹਾਂ, ਗਾਈਡੈਂਸ ਲੈਂਦੇ ਹਾਂ। ਠੀਕ ਹੈ, ਤਾਂ ਉਹ ਕੀ ਹੋ ਜਾਂਦਾ, ਉਹ ਵੀ ਆਪਾਂ ਕਹਿ ਸਕਦੇ ਕਿ ਵਿਕਾਸ ਦਾ ਇੱਕ ਰਾਹ ਹੁੰਦਾ। ਠੀਕ ਹੈ, ਤਾਂ ਇਹ ਕੁਝ ਚੀਜ਼ਾਂ ਨੇ ਜੋ ਜ਼ਰੂਰੀ ਹੁੰਦੀਆਂ ਨੇ ਆਪਣੇ ਵਿਕਾਸ ਦੇ ਲਈ। ਠੀਕ ਹੈ, ਜੋ ਕਿ ਸੋਸਾਇਟੀ ਦੇ ਵਿੱਚ ਹੀ ਆਪਾਂ ਨੂੰ ਮਿਲਦੀਆਂ ਨੇ। ਅਗਰ ਇਹਨਾਂ ਚੀਜ਼ਾਂ ਤੋਂ ਬਿਨਾਂ ਆਪਾਂ ਵਿਕਾਸ ਕਰ ਸਕਦੇ ਹਾਂ ਤਾਂ ਮਤਲਬ ਆਪਾਂ ਸਮਾਜ ਔਰ ਸੰਸਕ੍ਰਿਤੀ ਤੋਂ ਬਿਨਾਂ ਆਪਣਾ ਵਿਕਾਸ ਹੋ ਸਕਦਾ, ਜੋ ਕਿ ਪੋਸੀਬਲ ਹੀ ਨਹੀਂ ਹੈ। ਠੀਕ ਹੈ ਜੀ, ਇੱਕ ਬੰਦ ਕਮਰੇ ਦੇ ਵਿੱਚ ਤੁਸੀਂ ਇੱਕ ਬੱਚੇ ਨੂੰ ਰੱਖੋਗੇ ਤਾਂ ਤੁਸੀਂ ਦੇਖ ਪਾਓਗੇ ਕਿ ਉਸਦੇ ਬਿਲਕੁਲ ਵੀ ਉਸਦਾ ਜੋ ਵਿਕਸਿਤ ਹੈ ਉਹ ਮਾਈਂਡ ਨਹੀਂ ਹੋਇਆ ਹੋਏਗਾ, ਕਿਉਂਕਿ ਉਹ ਨਾ ਹੀ ਕੁਝ ਨਕਲ ਕਰਕੇ ਸਿੱਖ ਪਾਏਗਾ, ਨਾ ਹੀ ਕੁਛ ਕਿਸੇ ਦੇ ਸਹਿਯੋਗ ਜਾਂ ਕਿਸੇ ਦੀ ਗਾਈਡੈਂਸ ਤਾਂ ਦੂਰ ਦੀ ਗੱਲ ਹੈ, ਉਹ ਖੁਦ ਵੀ ਅਗਰ ਇੰਡਾਇਰੈਕਟ ਵੇ ਨਾਲ ਵੀ ਨਕਲ ਨਹੀਂ ਕਰ ਪਾਏਗਾ, ਉਹ ਕਿਸੇ ਦੀ ਵੀ ਸਿੱਖ ਨਹੀਂ ਪਾਏਗਾ। ਠੀਕ ਹੈ ਜੀ, ਤਾਂ ਇੱਥੇ ਇੱਕ ਇੰਪੋਰਟੈਂਟ ਜਿਹਾ ਪਾਰਟ ਆਪਣਾ ਸ਼ੁਰੂ ਹੋ ਜਾਂਦਾ ਜਿਹਦੇ ਵਿੱਚ ਕੁਐਸਚਨ ਬਣਨਾ ਹੀ ਬਣਨਾ ਹੁੰਦਾ। ਬਹੁਤ ਇੱਕ ਜ਼ਿਆਦਾ ਇੰਪੋਰਟੈਂਟ ਜਿਹੀ ਚੀਜ਼ ਹੈ ਅੱਧੀ ਆਪਾਂ ਦੇਖ ਲੈਂਦੇ ਹਾਂ। ਨੇਮ ਤੇ ਤੁਹਾਨੂੰ ਵੈਸੇ ਤਾਂ ਕਲੀਅਰ ਹੋ ਗਿਆ ਹੋਣਾ ਕਿ MKO, ਸਕਾਫੋਲਡਿੰਗ, ZPD। ਜੇਕਰ ਤੁਸੀਂ ਪਹਿਲਾਂ ਵੀ ਸਟੱਡੀ ਕੀਤੀ ਹੈ ਵਾਈਗੋਸਕੀ ਦੀ ਥਿਊਰੀ ਤਾਂ ਤੁਹਾਨੂੰ ਤਾਂ ਕਲੀਅਰ ਹੋਣਾ ਕਿ MKO, ਸਕਾਫੋਲਡਿੰਗ ਅਤੇ ZPD ਕਿੰਨੇ ਕੁ ਜ਼ਿਆਦਾ ਇੰਪੋਰਟੈਂਟ ਨੇ। ਠੀਕ ਹੈ, ਤਾਂ ਇਹਨਾਂ ਨੂੰ ਆਪਾਂ ਦੇਖ ਲੈਂਦੇ ਹਾਂ, ਸਟੱਡੀ ਕਰ ਲੈਂਦੇ ਹਾਂ। ਬਹੁਤ ਸਾਰੇ ਸਟੂਡੈਂਟ ਤਾਂ ਵੇਟ ਹੀ ਕਰ ਰਹੇ ਹੋਣਗੇ ਕਿ ਕਦੋਂ ਇਹ ਤਿੰਨੇ ਟੌਪਿਕ ਆਪਾਂ ਸਟਾਰਟ ਕਰੀਏ। ਤਾਂ ਇਸ ਤੋਂ ਪਹਿਲਾਂ ਜੋ ਆਪਾਂ ਸਟੱਡੀ ਕੀਤਾ ਉਹ ਜ਼ਰੂਰੀ ਸੀ, ਤਾਂ ਕਿ ਤੁਹਾਡੇ ਦੇ ਨਾਲ ਪੂਰਾ ਸਮਾਜ ਦੇ ਨਾਲ ਰਿਲੇਟਡ ਕਿਸ ਤਰੀਕੇ ਨਾਲ ਵਾਈਗੋਸਕੀ ਗੱਲ ਕਰਦੇ ਨੇ ਉਹ ਤੁਹਾਡੇ ਲਈ ਜਾਣਨਾ ਜ਼ਰੂਰੀ ਸੀ। ਸਮ ਅਦਰ ਇੰਪੋਰਟੈਂਟ ਟਰਮਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਦੇਖ ਪਾ ਰਹੇ MKO, ਫਿਰ ਆ ਜਾਂਦਾ ਸਕਾਫੋਲਡਿੰਗ, ਫਿਰ ਆ ਜਾਂਦਾ ZPD। ਅਤੇ ਸਭ ਤੋਂ ਪਹਿਲਾਂ MKO ਕੀ ਚੀਜ਼ ਹੈ ਉਸ ਨੂੰ ਸਮਝ ਲੈਂਦੇ ਹਾਂ। MKO ਦਾ ਮਤਲਬ ਹੁੰਦਾ ਮੋਰ ਨੌਲੇਜਬਲ ਅਦਰਸ। ਅਗਰ ਇਸ ਦੀ ਫੁੱਲ ਫੋਰਮ ਦੀ ਗੱਲ ਕਰੀਏ, ਮੋਰ ਨੌਲੇਜਬਲ ਅਦਰਸ। ਮੋਰ ਨੌਲੇਜਬਲ ਅਦਰਸ ਦਾ ਮਤਲਬ ਕੀ ਹੋ ਗਿਆ, ਇੱਕ ਇੱਦਾਂ ਦਾ ਪਰਸਨ ਜਿਸ ਨੂੰ ਤੁਹਾਡੇ ਤੋਂ ਜ਼ਿਆਦਾ ਨੌਲੇਜ ਹੋਵੇ। ਠੀਕ ਹੈ, ਕਿਸੇ ਪਰਟੀਕੂਲਰ ਫੀਲਡ ਦੇ ਵਿੱਚ। ਫੋਰ ਐਗਜ਼ਾਮਪਲ ਆਪਾਂ ਇੱਥੇ ਪੜ੍ਹ ਰਹੇ ਹਾਂ, ਆਪਾਂ ਇੱਥੇ ਸਟੱਡੀ ਕਰ ਰਹੇ ਹਾਂ। ਠੀਕ ਹੈ, ਜਾਂ ਫਿਰ ਕੋਈ ਵੀ ਫੋਰ ਐਗਜ਼ਾਮਪਲ ਇੱਕ ਬੱਚਾ ਹੈ, ਉਸਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ, ਬਟ ਉਹ ਸਾਈਕਲ ਕਿੱਦਾਂ ਚਲਾਏਗਾ, ਉਸਨੂੰ ਕਿਸੇ ਨਾ ਕਿਸੇ ਹੈਲਪ ਦੀ ਲੋੜ ਹੋਏਗੀ। ਔਰ ਉਹ ਹੈਲਪ ਕਿਸ ਤੋਂ ਲਏਗਾ, ਕਿ ਐਸੇ ਪਰਸਨ ਤੋਂ ਹੈਲਪ ਲਏਗਾ ਜਿਸ ਨੂੰ ਪਹਿਲਾਂ ਤੋਂ ਹੀ ਸਾਈਕਲਿੰਗ ਆਉਂਦੀ ਹੈ। ਠੀਕ ਹੈ, ਜਾਂ ਫਿਰ ਜੋ ਉਸਨੂੰ ਸਾਈਕਲ ਚਲਾ ਸਕਦਾ, ਮਤਲਬ ਜੋ ਉਸ ਫੀਲਡ ਦੇ ਅੰਦਰ ਉਸ ਤੋਂ ਕਾਫੀ ਜ਼ਿਆਦਾ ਕੀ ਹੈ, ਨੌਲੇਜ ਜ਼ਿਆਦਾ ਰੱਖਦਾ ਹੈ। ਠੀਕ ਹੈ, ਤਾਂ ਸਿੰਪਲ ਸ਼ਬਦਾਂ ਵਿੱਚ ਕਹੀਏ ਇੱਕ MKO ਦਾ ਮਤਲਬ ਹੋ ਗਿਆ ਮੋਰ ਨੌਲੇਜਬਲ ਅਦਰ। ਇੱਕ ਫੀਲਡ ਦੇ ਵਿੱਚ ਕਹਿ ਲਓ, ਜਾਂ ਫਿਰ ਅਗਰ ਤੁਸੀਂ ਇੱਕ ਗਰੁੱਪ ਦੇ ਵਿੱਚ 10-12 ਤੁਸੀਂ ਪਰਸਨਸ ਬੈਠੇ ਹੋ। ਠੀਕ ਹੈ, ਤੁਸੀਂ ਤੁਹਾਡੇ ਕੋਲ ਕੋਈ ਵੀ ਡਾਊਟ ਹੈ ਤਾਂ ਤੁਸੀਂ ਉਹਨਾਂ 10-12 ਪਰਸਨਸ ਦੇ ਵਿੱਚੋਂ ਕਿਸੇ ਇੱਕ ਪਰਸਨ ਦੇ ਵਿੱਚੋਂ ਇਸ ਤਰੀਕੇ ਕਿਸੇ ਇੱਕ ਐਸੇ ਪਰਸਨ ਨੂੰ ਚੁਣੋਗੇ ਜੋ ਤੁਹਾਡੇ ਪਰਟੀਕੂਲਰ ਸਬਜੈਕਟ ਦੇ ਵਿੱਚ ਤੁਹਾਡੀ ਵਧੀਆ ਤਰੀਕੇ ਨਾਲ ਹੈਲਪ ਕਰ ਸਕੇ, ਮਤਲਬ ਉਸਨੂੰ ਤੁਹਾਡੇ ਤੋਂ ਜ਼ਿਆਦਾ ਨੌਲੇਜ ਹੋਵੇ। ਸਿੰਪਲ। ਤਾਂ ਉਹ ਪਰਸਨ ਜਿਸ ਨੂੰ ਤੁਹਾਡੇ ਤੋਂ, ਹੁਣ ਉਹ ਜ਼ਰੂਰੀ ਨਹੀਂ ਉਹ ਇੱਕ ਪਰਸਨ ਹੀ ਹੋਵੇ, ਤੁਸੀਂ ਕਿਸੇ ਵੀ ਤਰੀਕੇ ਨਾਲ ਹੈਲਪ ਲੈ ਸਕਦੇ ਹੋ। ਲਾਈਕ ਕੋਈ ਬੁੱਕ ਹੋ ਸਕਦੀ ਹੈ, ਕੋਈ ਬਟ ਇੱਥੇ ਆਪਾਂ ਪਰਟੀਕੂਲਰ ਗੱਲ ਇੱਥੇ ਇੱਕ ਪਰਸਨ ਦੇ ਤੌਰ 'ਤੇ ਕਰ ਰਹੇ ਹਾਂ, ਬਟ ਉਹ ਕੰਪਿਊਟਰ ਵੀ ਹੋ ਸਕਦਾ ਹੈ। ਠੀਕ ਹੈ, ਅੱਜ ਕੱਲ੍ਹ ਗੂਗਲ ਹੈ, ਤਾਂ ਕਿਸੇ ਵੀ ਤਰੀਕੇ ਨਾਲ ਹੋ ਸਕਦਾ, ਬਟ ਇੱਥੇ ਆਪਾਂ ਇੱਕ ਐਜ਼ ਅ ਐਗਜ਼ਾਮਪਲ ਪਰਸਨ ਲੈ ਕੇ ਚੱਲ ਰਹੇ ਹਾਂ। ਠੀਕ ਹੈ, ਤਾਂ MKO ਕੀ ਹੋਏਗਾ, ਉਹ ਪਰਸਨ ਹੋਏਗਾ ਜਿਸ ਨੂੰ ਦੂਸਰਿਆਂ ਤੋਂ ਜ਼ਿਆਦਾ ਨੌਲੇਜ ਜਾਂ ਤੁਹਾਡੇ ਤੋਂ ਜ਼ਿਆਦਾ। ਅਗਰ ਤੁਸੀਂ ਕੋਈ ਚੀਜ਼ ਸਿੱਖਣਾ ਚਾਹੁੰਦੇ ਹੋ, ਕੋਈ ਟੌਪਿਕ ਸਿੱਖਣਾ ਚਾਹੁੰਦੇ ਹੋ, ਫੋਰ ਐਗਜ਼ਾਮਪਲ ਇੱਥੇ ਮੈਨੇ ਫੋਰ ਐਗਜ਼ਾਮਪਲ ਇੱਥੇ ਕੀ ਹੈ, ਤੁਸੀਂ ਇੱਥੇ ਸਿੱਖਣਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਕਿਸ ਪਰਸਨ ਤੋਂ ਸਿੱਖੋਗੇ, ਉਸ ਪਰਸਨ ਤੋਂ ਸਿੱਖੋਗੇ ਜਿਸ ਨੂੰ ਤੁਹਾਡੇ ਤੋਂ ਜ਼ਿਆਦਾ ਨੌਲੇਜ ਹੈ। ਠੀਕ ਹੈ, ਤੁਸੀਂ ਸਾਈਕਲਿੰਗ ਵਾਲੇ ਐਗਜ਼ਾਮਪਲ ਨੂੰ ਬੜੀ ਈਜ਼ੀਲੀ ਸਮਝ ਸਕਦੇ ਹੋ ਇਸ ਦੇ ਨਾਲ। ਨੈਕਸਟ ਅਗਰ ਆਪਾਂ ਗੱਲ ਕਰੀਏ ਸਕਾਫੋਲਡਿੰਗ ਕੀ ਹੁੰਦੀ ਹੈ, MKO ਦਾ ਮਤਲਬ ਸਮਝ ਆ ਗਿਆ। ਹੁਣ ਆਪਾਂ ਸਕਾਫੋਲਡਿੰਗ ਵੱਲ ਚੱਲਦੇ ਹਾਂ। ਸਕਾਫੋਲਡਿੰਗ ਕੀ ਹੁੰਦੀ ਹੈ, ਇਹਨਾਂ ਤਿੰਨਾਂ ਨੂੰ ਜਦੋਂ ਆਪਾਂ ਰਿਲੇਟ ਕਰਾਂਗੇ ਨਾ, ਵੈਸੇ ਤੁਹਾਡੇ ਸਾਰੇ ਡਾਊਟ ਖਤਮ ਹੋ ਜਾਣੇ ਆ। ਤਾਂ ਸਕਾਫੋਲਡਿੰਗ ਕੀ ਹੁੰਦੀ ਹੈ, ਸਕਾਫੋਲਡਿੰਗ ਦਾ ਮਤਲਬ ਹੋ ਗਿਆ ਜਦੋਂ ਹੈਲਪ ਦੇ ਰਿਹਾ। ਹੁਣ ਅਗਰ ਕੋਈ ਪਰਸਨ, ਮੈਂ ਤੁਹਾਨੂੰ ਕਿਹਾ ਕਿ ਮੈਨੇ ਸਾਈਕਲਿੰਗ ਸਿੱਖਣੀ ਹੈ, ਮੈਨੂੰ ਸਾਈਕਲਿੰਗ ਨਹੀਂ ਆਉਂਦੀ, ਤਾਂ ਮੈਂ ਇੱਕ ਐਸੇ ਪਰਸਨ ਦੀ ਹੈਲਪ ਲਵਾਂਗੀ ਜਿਸ ਨੂੰ ਪਹਿਲਾਂ ਤੋਂ ਹੀ ਸਾਈਕਲਿੰਗ ਆਉਂਦੀ ਹੈ, ਔਰ ਤਾਂ ਕਿ ਉਹ ਮੈਨੂੰ ਵਧੀਆ ਤਰੀਕੇ ਨਾਲ ਸਿਖਾ ਸਕੇ। ਮਤਲਬ ਉਹ ਆਪਣੇ ਇਸ ਸਾਈਕਲਿੰਗ ਦੇ ਫੀਲਡ ਦੇ ਵਿੱਚ ਕੀ ਹੈ, ਮਾਹਿਰ ਹੈ। ਕਲੀਅਰ ਹੈ ਇਹ ਚੀਜ਼। ਹੁਣ ਅਗਰ ਮੈਨੇ ਸਿਰਫ ਉਹ ਪਰਸਨ ਲੱਭ ਲਿਆ ਜਿਸ ਨੂੰ ਸਾਈਕਲਿੰਗ ਆਉਂਦੀ ਹੈ, ਤਾਂ ਉਸਦਾ ਕੀ ਹੋਏਗਾ, ਜੋ ਤੱਕ ਉਹ ਮੈਨੂੰ ਸਿਖਾਏਗਾ ਨਹੀਂ ਉਦੋਂ ਤੱਕ ਤਾਂ ਕੁਝ ਹੋਏਗਾ ਨਹੀਂ ਨਾ। ਹਾਂਜੀ, ਮੈਨੂੰ ਪਰਸਨ ਮਿਲ ਗਿਆ, ਮੈਨੂੰ ਮੇਰਾ ਟੀਚਰ ਮਿਲ ਗਿਆ, ਬਟ ਟੀਚਰ ਤੋਂ ਸਿੱਖਣਾ ਵੀ ਤਾਂ ਜ਼ਰੂਰੀ ਹੈ। ਠੀਕ ਹੈ, ਤਾਂ ਮਤਲਬ ਕੀ ਹੈ, ਉਹ ਜੋ ਟੀਚਰ ਹੋਏਗਾ, ਜੋ ਇੱਕ ਪਰਸਨ ਹੋਏਗਾ ਜਿਸਨੇ ਮੈਨੂੰ ਸਾਈਕਲਿੰਗ ਸਿਖਾਉਣੀ ਹੈ, ਉਹ ਕੀ ਕਰੇਗਾ, ਮੈਨੂੰ ਇੱਕ ਐਕਸਟਰਨਲ ਹੈਲਪ ਦੇਗਾ। ਐਕਸਟਰਨਲ ਹੈਲਪ ਮਤਲਬ ਕੀ ਹੈ, ਸਿੰਪਲ ਸ਼ਬਦਾਂ ਵਿੱਚ ਮੈਨੂੰ ਉਦੋਂ ਤੱਕ ਸਾਈਕਲਿੰਗ ਕਰਨਾ ਸਿਖਾਏਗਾ ਜਦੋਂ ਤੱਕ ਮੈਂ ਸਿੱਖ ਨਹੀਂ ਜਾਂਦੀ। ਤਾਂ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਇੱਕ ਸਪੋਰਟ ਦੇਗਾ ਮੈਨੂੰ। ਠੀਕ ਹੈ, ਇੱਕ ਹੈਲਪ ਦੇਗਾ, ਇੱਕ ਐਕਸਟਰਨਲ ਜੀ ਹੈਲਪ ਹੋਏਗੀ ਜੋ ਕਿ ਇੱਕ ਟੈਂਪਰੇਰੀ ਹੈਲਪ ਹੋਏਗੀ। ਟੈਂਪਰੇਰੀ ਦਾ ਮਤਲਬ ਇੱਦਾਂ ਨਹੀਂ ਹੈ
ਕਿ ਹੁਣ ਜਿਵੇਂ ਕਿ ਸਾਈਕਲਿੰਗ ਆਪਾਂ ਕਰਦੇ ਹਾਂ, ਮੋਸਟਲੀ ਪਤਾ ਹੀ ਹੈ ਕਿ ਪਿੱਛੋਂ ਪਕੜ ਕੇ ਥੋੜ੍ਹਾ, ਜਦੋਂ ਮੈਨੇ ਖੁਦ ਨੇ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ ਤਾਂ ਉਸ ਟਾਈਮ 'ਤੇ ਉਹ ਪਰਸਨ ਆਪਣਾ ਜੋ ਉਹ ਹੈਲਪ ਕਰ ਰਿਹਾ ਸੀ ਉਹ ਹੈਲਪ ਕਰਨੀ ਬੰਦ ਕਰ ਦੇਗਾ। ਕਿਉਂ ਬੰਦ ਕਰ ਦੇਗਾ? ਕਿਉਂਕਿ ਉਸਨੇ ਜੋ ਹੈਲਪ ਕੀਤੀ ਸੀ ਉਸ ਦੀ ਮਦਦ ਨਾਲ ਮੈਂ ਸਾਈਕਲਿੰਗ ਸਿੱਖ ਗਈ। ਹੁਣ ਮੈਨੂੰ ਹੈਲਪ ਦੀ ਜ਼ਰੂਰਤ ਨਹੀਂ ਹੈ। ਇਹ ਪੁਆਇੰਟ ਸਮਝ ਆ ਰਿਹਾ ਹੋਏਗਾ ਤੁਹਾਨੂੰ, ਕਿਉਂਕਿ ਇੱਕ ਟਾਈਮ 'ਤੇ ਆ ਕੇ ਜਦੋਂ ਮੈਂ ਸਾਈਕਲਿੰਗ ਸਿੱਖ ਜਾਂਦੀ ਹਾਂ ਜਾਂ ਕੋਈ ਵੀ ਹੋਰ ਜੋ ਟੌਪਿਕ ਮੈਂ ਸਿੱਖਣਾ ਚਾਹੁੰਦੀ ਹਾਂ ਉਹ ਸਿੱਖ ਜਾਂਦੀ ਹਾਂ, ਤਾਂ ਉਸ ਤੋਂ ਬਾਅਦ ਕੀ ਹੈ, ਮੈਨੂੰ ਜੋ ਐਕਸਟਰਨਲ ਹੈਲਪ ਜੋ ਕਿ MKO ਦੇ ਰਿਹਾ ਸੀ, ਮੈਨੂੰ ਉਸਦੀ ਜ਼ਰੂਰਤ ਨਹੀਂ ਹੈ। ਕਿਉਂ ਨਹੀਂ ਹੈ ਉਸਦੀ ਜ਼ਰੂਰਤ? ਕਿਉਂਕਿ ਹੁਣ ਮੈਂ ਉਹ ਕੰਮ ਕਰਨਾ ਸਿੱਖ ਗਈ ਹਾਂ, ਤਾਂ ਉਸ ਤੋਂ ਬਾਅਦ ਮੇਰੀ ਹੈਲਪ ਹੋਣੀ ਬੰਦ ਹੋ ਜਾਏਗੀ। ਠੀਕ ਹੈ, ਤਾਂ ਉਹ ਇਸਦਾ ਮਤਲਬ ਕੀ ਹੋ ਗਿਆ ਸਿੰਪਲ ਸ਼ਬਦਾਂ ਵਿੱਚ, ਕਿ ਉਹ ਇੱਕ ਹੈਲਪ ਜੋ ਹੈ ਉਹ ਟੈਂਪਰੇਰੀ ਹੈ। ਇੱਦਾਂ ਨਹੀਂ ਹੈ ਕਿ ਆਲ ਦਾ ਟਾਈਮ ਮੈਂ ਸਾਈਕਲ ਚਲਾਉਣਾ ਵੀ ਸਿੱਖ ਗਈ, ਮੈਂ ਕਾਰ ਚਲਾਉਣਾ ਵੀ ਸਿੱਖ ਗਈ, ਮੈਂ ਬਾਈਕ ਚਲਾਉਣਾ ਵੀ ਸਿੱਖ ਗਈ, ਉਹ ਤਾਂ ਵੀ ਮੈਨੂੰ ਉਹ ਹੈਲਪ ਦੇ ਰਿਹਾ ਹੈ। ਇੱਦਾਂ ਨਹੀਂ ਹੋਏਗਾ। ਉਹ ਇੱਕ ਟੈਂਪਰੇਰੀ ਜਿਹੀ ਹੈਲਪ ਹੈ, ਨੋਨ ਪਰਮਾਨੈਂਟ ਹੈਲਪ ਹੈ, ਜੋ ਕਿ ਇੱਕ ਸਮੇਂ ਤੱਕ ਹੋਏਗੀ ਜਦੋਂ ਤੱਕ ਤੁਸੀਂ ਸਿੱਖ ਨਹੀਂ ਜਾਂਦੇ। ਠੀਕ ਹੈ ਜੀ। ਤੇ ਸਕਾਫੋਲਡਿੰਗ ਜੋ ਪ੍ਰਦਾਨ ਕਰਦਾ ਹੈ, ਕਿੱਥੇ ਚਲਾ ਗਿਆ, ਸੌਰੀ, ਤੇ ਸਕਾਫੋਲਡਿੰਗ ਜੋ ਆਪਾਂ ਨੂੰ ਦੇਗਾ, ਮਤਲਬ ਸਕਾਫੋਲਡਿੰਗ ਦੇਣ ਦਾ ਮਤਲਬ ਕੀ ਹੈ, ਜੋ ਹੈਲਪ ਆਪਾਂ ਨੂੰ ਦਿੱਤੀ ਜਾਏਗੀ ਉਹ ਹੈਲਪ ਕੌਣ ਦੇਗਾ? MKO ਦੇਗਾ। MKO ਪਰਸਨ ਜੋ ਕਿ ਆਪਾਂ ਲੱਭਿਆ ਸੀ। ਹੁਣ ਫੋਰ ਐਗਜ਼ਾਮਪਲ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ। ਜਿਵੇਂ ਕਿ ਛੋਟਾ ਜਿਹਾ ਬੱਚਾ ਹੈ, ਉਹ ਪਹਿਲਾਂ ਕੀ ਕਰਦਾ ਹੈ, ਉਸਨੂੰ ਲਿਖਣਾ ਨਹੀਂ ਆਉਂਦਾ। ਠੀਕ ਹੈ, ਟੀਚਰ ਉਸਨੂੰ ਕੀ ਕਰਦਾ ਹੈ, ਹੱਥ ਪਕੜ ਕੇ ਜਾਂ ਪੈਨਸਿਲ ਪਕੜਾ ਕੇ ਲਿਖਾ ਕੇ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਜਦੋਂ ਉਹ ਬੱਚਾ ਸਿੱਖ ਜਾਂਦਾ, ਉਸਨੂੰ ਲਿਖਣਾ ਆ ਜਾਂਦਾ, ਤਾਂ ਕਿ ਹਰ ਟਾਈਮ ਤਾਂ ਨਹੀਂ ਉਸਦਾ ਟੀਚਰ ਉਸਦੀ ਹੈਲਪ ਕਰੇਗਾ, ਹਰ ਟਾਈਮ ਤਾਂ ਨਹੀਂ ਉਸਨੂੰ ਹੁਣ ਜਦੋਂ ਬੱਚਾ ਵੱਡਾ ਹੋ ਗਿਆ 7th 8th 9th, ਉਸਨੂੰ ਚੰਗੀ ਤਰ੍ਹਾਂ ਲਿਖਣਾ ਆਉਂਦਾ, ਉਸ ਟਾਈਮ 'ਤੇ ਟੀਚਰ ਉਸਨੂੰ ਲਿਖਣ ਦੇ ਲਈ ਹੈਲਪ ਨਹੀਂ ਕਰੇਗਾ, ਕਿਉਂਕਿ ਬੱਚਾ ਲਿਖਣਾ ਸਿੱਖ ਚੁੱਕਿਆ। ਠੀਕ ਹੈ, ਤਾਂ ਉਹਨਾਂ ਟਾਈਮ ਉਸਦੀ ਹੈਲਪ ਕੀਤੀ ਜਾਂਦੀ ਹੈ ਜਿੰਨਾ ਟਾਈਮ ਉਹ ਨਹੀਂ ਸਿੱਖ ਪਾਉਂਦਾ। ਠੀਕ ਹੈ, ਇਸ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ? ਸਕਾਫੋਲਡਿੰਗ। ਔਰ ਜੋ ਪਰਸਨ ਹੈਲਪ ਕਰਦਾ ਹੈ ਉਸਨੂੰ ਆਪਾਂ ਕੀ ਬੋਲਦੇ ਹਾਂ? MKO ਬੋਲਦੇ ਹਾਂ, ਮਤਲਬ ਮੋਰ ਨੌਲੇਜੇਬਲ ਅਦਰ। ਔਰ ਮੋਰ ਨੌਲੇਜੇਬਲ ਅਦਰ ਦਾ ਮਤਲਬ ਹੁੰਦਾ ਕਿ ਜਿਸ ਨੂੰ ਤੁਹਾਡੇ ਤੋਂ ਜ਼ਿਆਦਾ ਨੌਲੇਜ ਹੈ ਉਸ ਫੀਲਡ ਦੇ ਵਿੱਚ ਜਾਂ ਉਸ ਗਰੁੱਪ ਦੇ ਵਿੱਚ। ਠੀਕ ਹੈ ਜੀ। ZPT ਦਾ ਮਤਲਬ ਹੁੰਦਾ ਹੈ, ZP ਦੀ ਆਪਾਂ ਦੇਖ ਪਾ ਰਹੇ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਜਿਸ ਨੂੰ ਆਪਾਂ ਪੰਜਾਬੀ ਵਿੱਚ ਕੀ ਕਹਿੰਦੇ ਹਾਂ? ਸੰਭਾਵਿਤ ਵਿਕਾਸ ਦਾ ਖੇਤਰ। ਸੰਭਾਵਿਤ ਵਿਕਾਸ ਦਾ ਖੇਤਰ ਦਾ ਮਤਲਬ ਕੀ ਹੈ ਕਿ ਤੁਸੀਂ ਕਿੰਨਾ ਕੁ ਸਿੱਖ ਸਕਦੇ ਹੋ। ਠੀਕ ਹੈ, ਇਸ ਚੀਜ਼ ਨੂੰ ਆਪਾਂ ਇਸ ਡਾਇਗਰਾਮ ਤੋਂ ਕਲੀਅਰ ਕਰ ਸਕਦੇ ਹਾਂ। ਇਸ ਚੀਜ਼ ਨੂੰ ਆਪਾਂ ਇਸ ਤੋਂ ਕਲੀਅਰ ਕਰ ਲੈਂਦੇ ਹਾਂ। ਜਿਵੇਂ ਕਿ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਤੁਹਾਨੂੰ ਨੌਲੇਜ ਦੀ ਲੋੜ ਹੈ। ਠੀਕ ਹੈ, ਤਾਂ ਇੱਕ MKO ਪਰਸਨ ਜਿਸ ਨੂੰ ਤੁਹਾਡੇ ਤੋਂ ਜ਼ਿਆਦਾ ਨੌਲੇਜ ਹੈ ਉਸ ਫੀਲਡ ਦੇ ਵਿੱਚ, ਉਹ ਤੁਹਾਨੂੰ ਪਹਿਲਾਂ ਹੈਲਪ ਦੇਗਾ। ਇਸ ਹੈਲਪ ਨੂੰ, ਇਸ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ? ਸਕਾਫੋਲਡਿੰਗ ਬੋਲਦੇ ਹਾਂ। ਜਦੋਂ ਤੁਹਾਨੂੰ ਕਲੀਅਰ ਹੋਇਆ ਕਿ ਹਾਂਜੀ ਹੁਣ ਮੈਂ ਸਿੱਖ ਗਿਆ, ਤਾਂ ਤੁਹਾਨੂੰ ਹੈਲਪ ਦੀ ਲੋੜ ਨਹੀਂ ਹੈ, ਤਾਂ ਇੱਥੇ ਤੁਹਾਡਾ ਕੀ ਹੋ ਗਿਆ? ਵਿਕਾਸ ਹੋ ਗਿਆ, ਜਿਸ ਨੂੰ ਆਪਾਂ ਕੀ ਬੋਲਦੇ ਹਾਂ? ZPT ਬੋਲਦੇ ਹਾਂ। ਕਲੀਅਰ? ਤਾਂ ਇਹ ਪੂਰਾ ਇੱਕ ਪ੍ਰੋਸੈਸ ਸੀ ਜਿਹਦੇ ਵਿੱਚ ਤਿੰਨੇ ਚੀਜ਼ਾਂ ਆਪਾਂ ਇੱਥੇ ਰਿਲੇਟ ਕਰਕੇ ਸਮਝ ਸਕਦੇ ਹਾਂ। ਨੈਕਸਟ ਅਗਰ ਗੱਲ ਕਰੀਏ, ਇਸ ਤੋਂ ਬਾਅਦ ਆਪਾਂ ਦੇਖ ਪਾ ਰਹੇ ਹਾਂ ਇੱਕ ਗ੍ਰਾਫ ਤੁਹਾਡੇ ਸਾਹਮਣੇ। ਇਸ ਤੋਂ ਪਹਿਲਾਂ ਇਹ ਵਾਲਾ ਦੇਖ ਲਓ। ਇਸ ਨੂੰ ਆਪਾਂ 3 ਸੈਕਸ਼ਨਸ ਦੇ ਵਿੱਚ ਇਸ ਤਰੀਕੇ ਨਾਲ ਡਿਵਾਈਡ ਕਰ ਸਕਦੇ ਹਾਂ। ਠੀਕ ਹੈ, ਫਸਟ ਆਪਾਂ ਦੇਖ ਪਾ ਰਹੇ ਹਾਂ, ਸੈਕਿੰਡ, ਥਰਡ। ਫਸਟ ਦੇ ਵਿੱਚ ਕੀ ਹੈ? ਆਈ ਕੈਨ ਡੂ ਥੀਸ ਮਾਈ ਸੈਲਫ। ਸਭ ਤੋਂ ਪਹਿਲਾਂ ਤਾਂ ਆਪਣੇ ਅੰਦਰ ਉਹ ਸਾਰੇ ਕੁਆਲਿਟੀਜ਼ ਆਪਾਂ ਬੋਲ ਸਕਦੇ ਹਾਂ ਜੋ ਕਿ ਇੱਕ ਲਰਨਰ ਖੁਦ ਕਰ ਸਕਦਾ ਹੈ। ਠੀਕ ਹੈ, ਹੁਣ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜੋ ਆਪਾਂ ਖੁਦ ਕਰ ਸਕਦੇ ਹਾਂ। ਠੀਕ ਹੈ, ਜਿਹਦੇ ਵਿੱਚ ਆਪਾਂ ਨੂੰ ਸਿੱਖਣ ਦੀ ਜ਼ਰੂਰਤ ਨਹੀਂ ਹੈ। ਠੀਕ ਹੈ, ਜਿਸ ਨੂੰ ਆਪਾਂ ਐਕਚੁਅਲ ਡਿਵੈਲਪਮੈਂਟ ਵੀ ਬੋਲਦੇ ਹਾਂ। ਐਕਚੁਅਲ ਡਿਵੈਲਪਮੈਂਟ, ਠੀਕ ਹੈ, ਜਿਹੜਾ ਕਿ ਲਰਨਰ ਖੁਦ ਕਰ ਸਕਦਾ ਹੈ, ਉਸਦੇ ਵਿੱਚ ਉਸਨੂੰ ਹੈਲਪ ਦੀ ਲੋੜ ਨਹੀਂ ਹੈ। ਠੀਕ ਹੈ, ਬਟ ਜਿਵੇਂ ਉਹ ਥੋੜ੍ਹਾ ਜਿਹਾ ਬਾਹਰ ਨਿਕਲਿਆ, ਠੀਕ ਹੈ, ਉਸਨੇ ਥੋੜ੍ਹਾ ਜਿਹਾ ਹੋਰ ਸਿੱਖਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੂੰ ਬਹੁਤ ਸਾਰੇ ਐਰਰਸ ਆਉਣੇ ਸ਼ੁਰੂ ਹੋਏ। ਉਸਨੂੰ ਕੁਝ ਸਮਝ ਨਹੀਂ ਆਇਆ ਜਾਂ ਉਹ ਨਹੀਂ ਕਰ ਪਾਇਆ, ਉਸਨੂੰ ਪ੍ਰੋਬਲਮਸ ਆਈਆਂ। ਠੀਕ ਹੈ, ਨਹੀਂ ਸਮਝ ਨਹੀਂ ਕਰ ਪਾਇਆ, ਤਾਂ ਉੱਥੇ ਕੀ ਹੋਏਗਾ? ਉਸਨੂੰ ਹੈਲਪ ਦੀ ਲੋੜ ਹੋਏਗੀ। ਉਸ ਹੈਲਪ ਦੇ ਵਿੱਚ ਕੌਣ ਉਸਨੂੰ ਹੈਲਪ ਕਰੇਗਾ? ਉਸ ਪ੍ਰੋਬਲਮ ਦੇ ਵਿੱਚ ਕੌਣ ਉਸਨੂੰ ਹੈਲਪ ਕਰੇਗਾ? MKO, ਮੋਰ ਨੌਲੇਜੇਬਲ ਅਦਰ, ਮਤਲਬ ਇੱਕ ਐਸਾ ਪਰਸਨ ਜਿਸ ਨੂੰ ਉਸ ਤੋਂ ਵੱਧ ਨੌਲੇਜ ਹੈ। ਠੀਕ ਹੈ, ਤਾਂ MKO ਇੱਥੇ ਕੀ ਕਰੇਗਾ? ਉਸਦੀ ਹੈਲਪ ਕਰੇਗਾ। ਠੀਕ ਹੈ, ਹੈਲਪ ਕਰੇਗਾ ਜਿਸ ਪ੍ਰੋਸੈਸ ਨੂੰ। ਹੁਣ MKO ਇੱਥੇ ਤੁਹਾਡੀ ਕੀ ਕਰ ਰਿਹਾ? ਹੈਲਪ ਕਰ ਰਿਹਾ। ਠੀਕ ਹੈ, ਆਈ ਕੈਨ ਡੂ ਦਿਸ ਵਿਦ ਸਮ ਹੈਲਪ, ਜਿੱਥੇ ਮੈਨੂੰ ਹੈਲਪ ਦੀ ਲੋੜ ਹੈ। ਠੀਕ ਹੈ, ਤਾਂ ਉਹਨੂੰ ਆਪਾਂ ਪੂਰੇ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ? ਜਦੋਂ ਤੁਹਾਨੂੰ ਸਿਖਾ ਰਿਹਾ, ਤੁਹਾਨੂੰ ਸਮਝਾ ਰਿਹਾ। ਹੁਣ ਇੱਥੇ ਸਮਝਾ ਰਿਹਾ ਹਲੇ, ਠੀਕ ਹੈ, ਪੂਰੀ ਇੱਕ ਪ੍ਰਕਿਰਿਆ ਹੋ ਰਹੀ ਹੈ, ਹਲੇ ਸਿਖਾ ਰਿਹਾ, ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ? ਸਕਾਫੋਲਡਿੰਗ ਬੋਲਦੇ ਹਾਂ। ਠੀਕ ਹੈ, ਜਦੋਂ ਤੁਸੀਂ ਦੋਨਾਂ ਦੀ ਮਦਦ ਨਾਲ ਸਿੱਖ ਲਿਆ ਦਾ ਮਤਲਬ ਕੀ ਹੋ ਗਿਆ? ਜਦੋਂ ਤੁਸੀਂ ਸਿੱਖ ਲਿਆ ਕਿ ਹਾਂਜੀ ਮੈਨੇ ਵਿਦ ਦ ਹੈਲਪ ਮੈਨੂੰ ਇਹ ਚੀਜ਼ ਸਮਝ ਆ ਗਈ, ਤੁਸੀਂ ਦੇਖ ਪਾ ਰਹੇ ਹੋ ਇੱਥੇ ਵਿਦ ਦ ਹੈਲਪ ਮੈਨੂੰ ਇਹ ਚੀਜ਼ ਸਮਝ ਆ ਗਈ, ਤਾਂ ਇਸ ਨੂੰ ਮੈਂ ਕੀ ਬੋਲਾਂਗੀ? ZPD, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਠੀਕ ਹੈ, ਔਰ ਜੋ ਥਰਡ ਜ਼ੋਨ ਤੁਸੀਂ ਦੇਖ ਪਾ ਰਹੇ ਹੋ, ਥਰਡ ਜ਼ੋਨ ਦਾ ਮਤਲਬ ਇਹ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਜਿਹਨੂੰ ਆਪਾਂ ਕਦੇ ਵੀ ਸਿੱਖ ਨਹੀਂ ਸਕਦੇ। ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਜਿਹਨੂੰ ਆਪਾਂ ਸਿੱਖ ਹੀ ਨਹੀਂ ਸਕਦੇ, ਤਾਂ ਇਹ ਤਾਂ ਕ੍ਰੋਸ ਹੀ ਹੋ ਜਾਏਗਾ। ਇਹ ਤਾਂ ਮੈਂ ਕਦੇ ਵੀ ਸਿੱਖ ਨਹੀਂ ਸਕਦਾ, ਚਾਹੇ ਮੈਨੂੰ ਹੈਲਪ ਦੇ ਦਿਓ, ਚਾਹੇ ਮੈਂ ਬਿਨਾਂ ਹੈਲਪ ਤੋਂ ਹੋਵੇ, ਮੈਂ ਇਹ ਸਿੱਖ ਨਹੀਂ ਸਕਦਾ। ਠੀਕ ਹੈ,
तो ये चीज़ां सी, ये मैंने खुद भी डायग्राम बनाया, बहुत सोहना जिहा बनया, ठीक है। तो ये देखते हैं, देखो सब तो पहला तो की है वो वाला एरिया जिहदे विच लर्नर खुद कर सकता है, ठीक है। आफ्टर दैट उसनूं हैल्प की लोड़ पै जाती है, जिहदे विच MK उसनूं हैल्प देगा। और जिस प्रोसैस नूं आपां की कहांगे स्काफोल्डिंग कहांगे। जो हैल्प तो बाद वो सीख जाता है, खुद करन लग जाता है, उसका विकास हो जाता है, तो उसनूं आपां की बोलते हैं ZPD बोलते हैं, ठीक है। इसनूं आपां एक्चुअल डेवलपमेंट बोल सकते हैं और इसनूं आपां प्रॉक्सिमल डेवलपमेंट बोल सकते हैं, ठीक है। तो ये कुछ चीज़ां सी। एक होर चीज़ तुहाडे सामने इत्थे नज़र आई रही होएगी तुहानूं, तो किन्ना पार्ट मतलब मेरे को खुद को किन्ना मेरा डेवलपमेंट है, एक्चुअल डेवलपमेंट जिसनों आप कहांगे कि मैंने किसी हैल्प की लोड़ नहीं है, तो मेरे को कुछ 20% होएगा, ठीक है। बट मैं किसी की हैल्प नाल सीख के जो खुद कर पावांगा, मतलब किन्ना होर मैं सीख सकदा हाँ, वो किन्ना होंदा अपना 70% होंदा है। और जो मैं सीख ही नहीं सकता, याद है ये वाला पोर्शन मैं तुहानूं क्या सी कहता, छड्ड ही दो मैनूं, चाहे हैल्प दे दो चाहे नहीं दे दो, मैं नहीं कर सकता, तो वो अपना किन्ना % होंदा है, 10% होंदा है, ठीक है। तो ये चीज़ां सी, ये सारा कुछ आप स्टडी किया। एक होर एग्जाम्पल तुहाडे सामने है, ठीक है। तो मैनूं नहीं लगता हुण इसनूं दोबारा रिपीट क्योंकि कितनी बार रिपीट हो जाएगा। तुहानूं हैल्प की जरूरत सी, इस प्रोसैस नूं आपां स्काफोल्डिंग बोलते हैं। ये तुहाडे की होणगे MKO होणगे, जो सीखण तो बाद तुसीं कर लवोगे तो उसनूं आपां की बोलते हैं ZPD बोलते हैं, दैट्स इट, ठीक है जी। हाले ये टॉपिक थोड़ा सा रहिंदा, ज़्यादा नहीं है, बिल्कुल थोड़ा जा, कि जिवें कि लैंग्वेज के थॉट्स बारे आपां थोड़ी बहुत गलबात करांगे। कुछ होर इंपोर्टेंट पॉइंट्स ने जो जोन ऑफ सॉरी वाइगोस्की की थ्योरी बारे डिस्कस करने जरूरी ने, तो ये सारा कुछ आप डिस्कस करांगे बट नैक्सट वीडियो दे विच। चलो अज इन्ना ही करते हैं। जो पसंद आई वीडियो तो लाइक कर दियो, शेयर कर दियो, सबसक्राइब कर दियो। जो फर्स्ट टाइम आए उस चैनल के उपर तो शेयर जरूर करियो, ठीक है जी। सबसक्राइब जरूर करियो, लाइक जरूर करियो। चलो फिर मिलते हैं नैक्सट वीडियो में, इस टॉपिक में थोड़ा कंटिन्यू करांगे, ज़्यादा लंबा नहीं जाएगा, तो थोड़ा जा ही रहिंदा, कंप्लीट कर लवांगे जल्दी। क्लीयर, थैंक यू।